तेरे कवन कवन गुण कह कह गावां, तू साहिब गुनी निदाना। तुमरी महिमा बरन न साकूं, तू ठाकुर ऊंच भगवाना। मरन मनसा सूरिया हक है, जो होए मरन परवानो। सूरे सेई आगे आखिए, दरगह पावै साची मानो। दरगह मान पावै पत स्यूं जावै, आगे दुख न लागै। कर एक त्यावै तां फल पावै, जित सेवियै भौ भागै। ऊंचा नहीं कहना मन में रहना, आपै जानै जानो। मरन मनसा सूरिया हक है, जो होए मरन परवानो। मरन मनसा सूरिया हक है, जो होए मरन परवानो। परम सन्मानयोग धन धन साहिब श्री गुरु ग्रंथ साहिब जी महाराज जी की पावन पवित्र मुबारक हजूरी अंदर जुड़ बैठे गुरु प्यारे सतसंगी जनों, सतगुरु सच्चे पातशाह जी की ये रहमत कृपा हुई है जो आपां सारियां नूं सतगुरु जी ने अमृत वेले दे जागने बख्शिश करके ये उद्यम सानूं बख्शिश किया। आपां सतगुरु जी की गोद अंदर आके विराजमान होए हाँ, बैठे हाँ। मेरे तो पहला बड़े ही सत्कारयोग भाई साहब जी अमृतमई बाणी दे कीर्तन आप नाल सांझे कर रहे सी। कुछ क समा आपां होर सतगुरु जी दे हजूर सज के बैठना है। आओ जिहड़ा ये अज विशेष दीवान, जिस दीवान दे लई जिस तरह असी सतगुरु जी दे चरनां विच एक अरदास अज तो करीबन 1 साल तो भी वध समा पहला गुरु के सिखां ने कीती सी। कीता लोड़ीए काम सो हर पै आखीए, कारज दे सवार सतगुरु सच साखी है। जो किसान जथेबंदियां अपने घर वार छड्ड के अपने हकों की खातर जिन्हां ने एक लंबी जदोजहद की, वो अरदास पूरी होने ते इस विशेष दीवान विच आपां सज के बैठे हाँ। एक बाणी चैनल दे राही ये आवाज़ हर घर विच, हर फोन विच, हर माध्यम दे राही पहुँच रही है। सो आओ जिथे अज ये मुबारक दा दिन है, जिथे अज अरदास करके गुरु के सिखां दी वापसी है, जिथे अज किसान जथेबंदियां दी वापसी है, उत्थे असी सतगुरु जी का शुकराना करिए, सतगुरु जी के चरनां विच नतमस्तक होइए ते अपनी कौम दी, अपने मुल्क दी, अपनी लुकाई दी चढ़दी कला दी अरदास करिए। सो आओ विचार आरंभ करन तो पहला कलगीधर पिता गुरु गोबिंद सिंह जी वालों बख्शिश की फतेह नाल सांझ पाइए, फिर विचारां की आरंभता करते हाँ। सो दिओ असीस, गज के आखो वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੁਨੀਆ ਦੇ ਵਿੱਚ ਆ ਕੇ ਤੇ ਇੱਕ ਵਿਸ਼ੇਸ਼ ਵਿਚਾਰ ਦੁਨੀਆ ਨਾਲ ਸਾਂਝੀ ਕੀਤੀ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਰਮ ਦੇ ਪੱਖ ਨੂੰ ਵਿਚਾਰਿਆ, ਉੱਥੇ ਨਾਲ ਦੀ ਨਾਲ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਦੁਨੀਆ ਦੇ ਵਿੱਚ ਉਸ ਵੇਲੇ ਰਾਜ ਕਰਨ ਵਾਲੇ ਲੋਕ ਸਨ, ਜਿਹੜੇ ਰਾਜਨੀਤਿਕ ਲੋਕ ਸਨ, ਉਹਨਾਂ ਦਾ ਜੀਵਨ ਵੀ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੇਖਿਆ। ਤੇ ਭਾਈ ਗੁਰਦਾਸ ਜੀ ਨੇ ਗਵਾਹੀ ਭਰੀ ਨਾਲ ਇਹ ਗੱਲ ਦੀ ਸਾਂਝ ਸਾਡੇ ਨਾਲ ਸਾਂਝੀ ਕੀਤੀ ਕਿ ਜਿਹੜੇ ਰਾਜੇ ਸਨ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਇਹ ਜਦੋਂ ਵਿਚਾਰਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਾਂਝੀਆਂ ਕੀਤੀਆਂ ਤੇ ਉਸ ਵੇਲੇ ਦੁਨੀਆ ਦੇ ਲੋਕਾਂ ਨੇ ਇਸ ਗੱਲ ਨੂੰ, ਜਿਨ੍ਹਾਂ ਨੇ ਸਮਝਣ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਦੀ ਨਾਲ ਜਿਹੜੇ ਉਹ ਲੋਕ ਜਿਹੜੇ ਹੁਕਮਰਾਨ ਸਨ, ਉਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗੀਆਂ, ਕਿਉਂਕਿ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਹੜੀ ਕਾਰਗੁਜ਼ਾਰੀ ਅਸੀਂ ਕਰ ਰਹੇ ਹਾਂ, ਇਹ ਕਾਰਗੁਜ਼ਾਰੀ ਦੇ ਉੱਤੇ ਕਿਸੇ ਨੇ ਆ ਕੇ ਵਾਰ ਕੀਤਾ ਹੈ। ਉਹ ਜਿਹੜੇ ਰਾਜ ਰਜਵਾੜੇ ਲੋਕ ਸਨ, ਜਿਹੜੇ ਰਾਜ ਕਰਨ ਵਾਲੇ ਲੋਕ ਸਨ, ਉਹ ਆਮ ਜਨਤਾ ਨੂੰ ਆਪਣੀ ਮਲਕੀਅਤ ਸਮਝਣ ਲੱਗ ਗਏ ਸਨ। ਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਸ ਵੇਲੇ ਇਸ ਸੁੱਤੀ ਹੋਈ ਲੁਕਾਈ ਨੂੰ ਜਗਾਉਣ ਦਾ ਯਤਨ ਕੀਤਾ, ਔਰ ਉਹ ਲੁਕਾਈ ਜਿਹੜੀ ਉਸ ਵੇਲੇ ਜਾਗੀ ਸੀ, ਅੱਜ ਤੱਕ ਜੋ ਅੱਜ ਦਾ ਆਪਾਂ ਵਿਸ਼ੇਸ਼ ਜਿਸ ਦੀਵਾਨ ਦੇ ਵਿੱਚ ਸੱਜ ਕੇ ਬੈਠੇ ਹਾਂ, ਮੈਂ ਥੋੜੇ ਇਤਿਹਾਸ ਦੇ ਪੰਨਿਆਂ ਤੇ ਝਾਤ ਮਾਰਨੀ ਹੈ। ਨਾਲ ਦੀ ਨਾਲ ਗੁਰਬਾਣੀ ਦੇ ਵਿੱਚ ਜੋ ਸਤਿਗੁਰੂ ਜੀ ਨੇ, ਜੋ ਗੁਰਬਾਣੀ ਦੇ ਨਾਲ ਮਨੁੱਖਤਾ ਦੇ ਵਿੱਚ ਤਾਕਤ ਭਰੀ ਸੀ, ਕਿਉਂਕਿ ਬਾਬੇ ਕਬੀਰ ਨੇ ਜਿਸ ਵੇਲੇ ਬਾਣੀ ਦੇ ਵਿੱਚ ਬੋਲ ਇਹ ਬੋਲੇ ਸਨ, ਗਗਨ ਦਮਾਮਾ ਬਾਜਿਓ ਭਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਖੇਤ ਜੋ ਮਾਂਡਿਓ ਸੂਰਮਾ, ਕਹਿੰਦੇ ਤੈਨੂੰ ਸੂਰਮਾ ਤਾਂ ਮੰਨਾਂਗਾ ਜੇ ਤੇਰੇ ਅੰਦਰ ਇਹ ਤਾਕਤ ਆ ਜਾਏ ਕਿ ਤੂੰ ਜ਼ੁਲਮ ਦੇ ਖਿਲਾਫ ਉੱਠ ਕੇ ਖੜਾ ਹੋਣਾ ਹੈ, ਤੂੰ ਹੱਕ ਦੀ ਰਾਖੀ ਦੇ ਲਈ ਆਪਣੇ ਜੀਵਨ ਦੇ ਵਿੱਚ ਖੜਾ ਹੋਣਾ ਹੈ, ਤੂੰ ਆਪਣੇ ਹੱਕਾਂ ਨੂੰ, ਕਿਸੇ ਦੇ ਹੱਕ ਮਾਰਨ ਦੀ ਖਾਤਰ ਨਹੀਂ, ਤੂੰ ਆਪਣਾ ਹੱਕ ਤੇ ਬਚਾ ਸਕਦਾ ਹੈ। ਕਹਿੰਦੇ ਜਦੋਂ ਤੇਰੇ ਅੰਦਰ ਇਹ ਤਾਕਤ ਆ ਗਈ, ਤੇਰੇ ਅੰਦਰ ਇਹ ਸੋਚ ਆ ਗਈ, ਤੇਰੀ ਸੁਰਤ ਵਿੱਚ ਇਹ ਗੱਲ ਆ ਕੇ ਬੈਠ ਗਈ, ਕਹਿੰਦੇ ਮੈਂ ਤੈਨੂੰ ਸੂਰਮਾ ਮੰਨਾਂਗਾ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ। ਇਹ ਪੰਕਤੀਆਂ ਗੁਰਬਾਣੀ ਦੇ ਅੰਦਰ ਬਾਬੇ ਕਬੀਰ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਗੁਰੂ ਨਾਨਕ ਬਾਬਾ ਆਪ ਜਾ ਕੇ ਕਾਂਚੀ ਤੋਂ ਲੈ ਕੇ ਆਏ, ਤੇ ਜਿਸ ਵੇਲੇ ਜਿਹੜੀ ਮੈਂ ਤੁਹਾਡੇ ਨਾਲ ਗੁਰੂ ਨਾਨਕ ਬਾਬੇ ਦੀ, ਸਤਿਗੁਰ ਸੱਚੇ ਪਾਤਸ਼ਾਹ ਦਾ ਇੱਕ ਬੰਦ ਪੜ੍ਹਿਆ ਹੈ, ਜੋ ਬਡਹੰਸ ਰਾਗ ਦੇ ਵਿੱਚ, ਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬੜਾ ਨਖੇੜਾ ਕਰ ਦਿੱਤਾ ਇਸ ਗੱਲ ਦਾ, ਮਰਨ ਮਨਸਾ ਸੂਰਿਆਂ ਹੱਕ ਹੈ ਜੇ ਹੋਏ, ਜੋ ਹੋਏ ਮਰਨ ਪਰਵਾਨੋ। ਕਹਿੰਦੇ ਸੂਰਮਿਆਂ ਦਾ ਹੱਕ ਹੁੰਦਾ ਹੈ ਜੇ ਕਿਸੇ ਮਕਸਦ ਦੀ ਖਾਤਰ, ਜੇ ਕਿਸੇ ਚੰਗੇ ਮਕਸਦ ਨੂੰ ਫਤਿਹ ਕਰਨ ਦੀ ਖਾਤਰ ਅਗਰ ਉਹਨਾਂ ਨੂੰ ਆਪਣੀ ਜਾਨ ਵੀ ਦੇਣੀ ਪੈ ਜਾਂਦੀ ਹੈ। ਅੱਜ ਭਾਈ ਗੁਰਦਾਸ ਜੀ ਦੇ ਅਸੀਂ ਬੋਲ ਪੜ੍ਹਦੇ ਹਾਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਹੀ, ਕਿਉਂਕਿ ਮੈਂ ਸ਼ਹੀਦ, ਇਹ ਜਿਹੜੀ ਸ਼ਹਾਦਤਾਂ ਸਿੱਖ ਪੰਥ ਦੇ ਵਿੱਚ ਗੁਰੂ ਸਾਹਿਬ ਦੇ ਸਮੇਂ ਤੋਂ ਸ਼ੁਰੂ ਹੋਈਆਂ ਸੀ, ਇਹ ਸ਼ਹਾਦਤਾਂ ਅੱਜ ਇਹ ਰੰਗ ਲੈ ਕੇ ਆਈਆਂ ਨੇ। ਜੇ ਅੱਜ ਸਰਕਾਰਾਂ ਝੁਕੀਆਂ ਹਨ, ਦਿੱਲੀ ਦੀ ਉਹ ਹੈਂਕੜਬਾਜੀ ਵਾਲੀ ਸਰਕਾਰ ਅਗਰ ਝੁਕ ਕੇ ਉਹਨਾਂ ਨੇ ਅੱਜ ਕਾਲੇ ਕਾਨੂੰਨ ਵਾਪਸ ਕੀਤੇ ਨੇ, ਕਿਸਾਨਾਂ ਦੇ ਹੱਕ ਪ੍ਰਤਾਨ ਦੇ ਲਈ ਉਹਨਾਂ ਨੇ ਆਪਣੇ ਪਾਸ ਕੀਤੇ ਹੋਏ ਮਤਿਆਂ ਨੂੰ ਰੱਦ ਕੀਤਾ ਹੈ, ਤੇ ਇਹਦੇ ਪਿੱਛੇ ਉਹ ਘਾਲਨਾਮਾ, ਉਸ ਜੀਵਨ, ਜਿਹੜੀਆਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਨਿਕਲ ਕੇ ਸਾਡੇ ਸਾਹਮਣੇ ਆਉਂਦੀਆਂ, ਉਹ ਸਾਰੀਆਂ ਚੀਜ਼ਾਂ ਇਸ ਗੱਲ ਦੀ, ਔਰ ਜੋ ਸਿੱਖੀ ਸਿਦਕ ਦੇ ਨਾਲ, ਜੋ ਸਿਰੜ ਦੇ ਨਾਲ ਗੁਰੂ ਕੇ ਸਿੱਖਾਂ ਨੇ, ਪੰਜਾਬ ਦੇ ਲੋਕਾਂ ਨੇ, ਔਰ ਸਾਰੇ ਮੁਲਕ ਦੇ ਲੋਕਾਂ ਨੇ ਜੋ ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ ਇੱਥੇ ਤੱਕ ਲੈ ਕੇ ਆਏ ਨੇ, ਕਿ ਅੱਜ ਉਹਨਾਂ ਨੂੰ ਸਰਕਾਰਾਂ ਨੂੰ ਝੁਕਣਾ ਪਿਆ ਔਰ ਉਹਨਾਂ ਨੂੰ ਉਹ ਆਪਣੇ ਮਤੇ ਵਾਪਸ ਲੈਣੇ ਪਏ। ਇਹਦਾ ਸਾਰੇ ਦਾ ਕਾਰਨ ਇਤਿਹਾਸਕ ਪਿਛੋਕੜ ਦੇ ਨਾਲ ਤੁਸੀਂ ਕਦੇ ਇਤਿਹਾਸ ਦੇ ਪੰਨਿਆਂ ਵਿੱਚ ਪੜ੍ਹਨ ਦਾ ਯਤਨ ਕਰਿਓ। ਜੇ ਗੁਰਬਾਣੀ ਇਹ ਤਾਕਤ ਮਨੁੱਖ ਨੂੰ ਦੇ ਅੰਦਰ ਭਰਦੀ ਹੈ, ਜੇ ਇਹ ਗੱਲ ਸਾਨੂੰ ਯਾਦ ਕਰਵਾਉਂਦੀ ਹੈ ਕਿ ਤੇਰੇ ਜੀਵਨ ਦਾ ਮਕਸਦ ਕੀ ਹੈ, ਤੂੰ ਸੰਸਾਰ ਦੇ ਵਿੱਚ ਆ ਕੇ ਜੀਣਾ ਕਿਵੇਂ ਹੈ, ਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਗੱਲ ਸਾਂਝੀ ਕੀਤੀ, ਕਹਿਣ ਲੱਗੇ ਇਹ ਹੱਕ ਹੈ। ਔਰ ਜਦੋਂ ਗੁਰੂ ਕਾ ਸਿੱਖ ਇਹ ਅਰਦਾਸ ਕਰਕੇ ਕਿਸੇ ਕਾਰਜ ਦੇ ਲਈ ਜਾਂਦਾ ਹੈ,
उस कारज ਨੂੰ ਫਤਿਹ ਕਰਨ ਦੀ ਖਾਤਰ, ਕਿਉਂਕਿ ਉਸ ਦੇ ਅੰਦਰ ਇਹ ਤਾਕਤ ਹੁੰਦੀ ਹੈ ਗੁਰਬਾਣੀ ਦੀ, ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪ੍ਰਬੰਨ। ਜੇ ਕਿਸੇ ਮਕਸਦ ਵਾਸਤੇ ਭਲਿਆ ਤੇਰੇ ਇਹ ਪੰਜ ਭੌਤਿਕ ਸਰੀਰ ਵੀ ਲੱਗ ਜਾਏਗਾ ਨਾ, ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਪ੍ਰਵਾਨ ਹੋ ਜਾਏਗਾ। ਤੇ ਭਾਈ ਗੁਰਦਾਸ ਜੀ ਨੂੰ ਪੁੱਛ ਕੇ ਵੇਖਿਓ, ਜਿਹੜੇ ਲੋਕ ਆਪਣੇ ਮਕਸਦ ਦੀ ਪੂਰਤੀ ਦੇ ਲਈ ਆਪਣੇ ਜੀਵਨ ਦੇ ਵਿੱਚ ਆਪਣੀ ਮੰਜ਼ਿਲ ਨੂੰ ਸਰ ਕਰਨ ਦੇ ਲਈ ਨਿਕਲਦੇ ਨੇ, ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਅਸੀਂ ਭਾਈ ਗੁਰਦਾਸ ਜੀ ਦੇ ਬੋਲ ਪੜ੍ਹਦੇ ਹਾਂ ਬਾਣੀ ਦੇ, ਉਹਨਾਂ ਦੀਆਂ 12 ਦੇ ਵਿੱਚ ਉਹ ਕਹਿੰਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਨਾ। ਕਹਿੰਦੇ ਅਸਲ ਦੇ ਵਿੱਚ ਮੁਰੀਦ ਬਣਨਾ ਹੈ ਤੇ ਆਪਣੇ ਆਪ ਨੂੰ, ਆਪਣੀ ਹਉਮੈ ਨੂੰ, ਆਪਣੇ ਅਹਿਮ ਨੂੰ ਛੱਡ ਕੇ ਤੈਨੂੰ ਉੱਥੇ ਪੁੱਜਣਾ ਪਵੇਗਾ। ਤੇ ਫਿਰ ਦੋ ਗੱਲਾਂ ਦੇ ਬੜਾ ਪਿਆਰਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ, ਸਾਬਰ ਸਿਦਕ ਸ਼ਹੀਦ ਭਰਮ ਪਉ ਖੋਬਨਾ। ਸਬਰ ਤੇ ਸਿਦਕ ਦੀ ਗੱਲ ਕੀਤੀ। ਜਿਹੜਾ ਸ਼ਹੀਦ ਹੁੰਦਾ ਹੈ ਨਾ, ਕਿਉਂਕਿ ਇਹ ਜਿਤਨੇ ਵੀ ਯੋਧੇ ਉਹਨਾਂ ਬਾਰਡਰਾਂ ਤੇ ਜਾ ਕੇ ਬੈਠੇ ਸਨ, ਜਿਹੜੇ ਘਰ ਛੱਡ ਕੇ ਬੈਠੇ ਸਨ ਨਾ, ਇਹ ਯੋਧੇ ਸਨ ਜਿਨ੍ਹਾਂ ਨੇ 26 ਨਵੰਬਰ 2020 ਤੋਂ ਲੈ ਕੇ ਤੇ ਕਰੀਬਨ ਅਸੀਂ ਕਹਿ ਸਕਦੇ ਹਾਂ ਕਿ 1 ਸਾਲ ਤੋਂ ਵੀ ਕੁਝ ਦਿਨ ਉੱਪਰ ਦਾ ਸਮਾਂ ਲਾ ਦਿੱਤਾ। ਤੁਸੀਂ ਵੇਖਿਆ ਇਸ ਸਮੇਂ ਦੇ ਵਿੱਚ ਜਦੋਂ ਠੰਡ ਦੀਆਂ, ਪੋਹ ਦੀਆਂ ਕਕਰੀਲੀਆਂ ਤੇ ਠੰਡੀਆਂ ਰਾਤਾਂ ਵੀ ਉਹਨਾਂ ਨੇ ਆਪਣੇ ਪਿੰਡੇ ਤੇ ਹੰਢਾਈਆਂ, ਤੇ ਜਦੋਂ ਹਾੜ ਜੇਠ ਦੇ ਉਹ ਕੜਕ ਵੀ ਧੁੱਪ ਵਾਲੇ ਮਹੀਨੇ ਆਏ ਤੇ ਉਹਨਾਂ ਨੇ ਉਹ ਵੀ ਆਪਣੇ ਸੀਨੇ ਤੇ ਹੰਢਾਏ। ਤੇ ਜਿਸ ਵੇਲੇ ਝੱਖੜ ਮੀਂਹ ਵਰਸਿਆ, ਉਹਨਾਂ ਦੇ ਜਿਹੜੇ ਰਹਿਣ ਬਸੇਰੇ ਸਨ, ਟੈਂਟ ਸਨ, ਉਹ ਵੀ ਉੱਡ ਗਏ। ਦਾਸ ਨੇ 2-3 ਵਾਰ ਜਾ ਕੇ ਉੱਥੇ ਵੇਖਿਆ, ਜਦੋਂ ਜਿਨ੍ਹਾਂ ਦਿਨਾਂ ਦੇ ਵਿੱਚ ਬਰਸਾਤਾਂ ਹੋ ਰਹੀਆਂ ਸੀ, 2-2 ਫੁੱਟ ਪਾਣੀ ਉਹਨਾਂ ਸੜਕਾਂ ਦੇ ਉੱਤੇ ਚੜ੍ਹਿਆ ਹੋਇਆ ਸੀ, ਟੈਂਟਾਂ ਦੇ ਵਿੱਚੋਂ ਨਿਕਲ ਜਾਂਦਾ ਸੀ। ਫਿਰ ਵੀ ਉਹਨਾਂ ਨੇ ਜਿਹੜਾ ਸਿਦਕ ਸੀ, ਉਸ ਸਿਦਕ ਨੂੰ ਨਹੀਂ ਛੱਡਿਆ, ਕਿਉਂਕਿ ਕੋਲ ਗੁੜਤੀ ਸੀ ਭਾਈ ਗੁਰਦਾਸ ਦੀਆਂ 12 ਦੀ, ਕੋਲ ਗੁੜਤੀ ਸੀ ਗੁਰਬਾਣੀ ਦੀ, ਔਰ ਜਿਸ ਬਾਣੀ ਦੇ ਨਾਮ ਦੇ ਨਾਲ ਉਹ ਜੁੜੇ ਸਨ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹ ਆਪਣੇ ਜੀਵਨ ਦੇ ਵਿੱਚ ਲਾਗੂ ਕੀਤਾ ਹੋਇਆ ਸੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਹੜੇ ਉਹ ਯੋਧੇ ਉਸ ਜਗ੍ਹਾ ਦੇ ਉੱਤੇ ਪਹੁੰਚੇ ਸਨ ਨਾ, ਭਾਵੇਂ ਇਹ ਯੋਧਿਆਂ ਦੀ ਡੈਫੀਨੇਸ਼ਨ ਭਾਈ ਗੁਰਦਾਸ ਜੀ ਨੇ ਸਿੱਖ ਦੇ ਸ਼ਹੀਦੀ ਤੋਂ ਪਹਿਲਾਂ ਹੀ ਬਿਆਨ ਕਰ ਦਿੱਤੀ, ਸਿੱਖੀ ਸ਼ਹਾਦਤ ਤੋਂ ਪਹਿਲਾਂ ਹੀ ਬਿਆਨ ਕਰ ਦਿੱਤੀ ਸੀ ਕਿ ਅਸਲ ਦੇ ਵਿੱਚ ਸ਼ਹਾਦਤ ਕੀ ਹੁੰਦੀ ਹੈ ਤੇ ਸ਼ਹੀਦ ਕੌਣ ਹੁੰਦਾ ਹੈ। ਮੌਤ ਮਰਨ ਵਾਲੇ ਨੂੰ ਕੇਵਲ ਸ਼ਹੀਦ ਨਹੀਂ ਆਖਿਆ ਜਾਂਦਾ, ਯਾਦ ਰੱਖਿਓ, ਕਿਉਂਕਿ ਹੁਣ ਜਿਹੜਾ ਪੋਹ ਦਾ ਮਹੀਨਾ ਚੜ੍ਹਨਾ ਹੈ ਨਾ, ਆਪਾਂ ਲਗਾਤਾਰ ਸ਼ਹਾਦਤ ਤੇ ਸ਼ਹੀਦ ਦੇ ਜੀਵਨ ਦੇ ਉੱਤੇ ਵਿਚਾਰਾਂ ਕਰਨੀਆਂ। ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ 4 ਸਾਹਿਬਜ਼ਾਦਿਆਂ ਦੇ ਜੀਵਨ ਤੇ ਆਪਾਂ ਲਗਾਤਾਰ ਵਿਚਾਰਾਂ ਕਰਨੀਆਂ ਨੇ, ਪਰ ਅਸਲ ਦੇ ਵਿੱਚ ਸ਼ਹਾਦਤ ਦੇ ਮਾਇਨੇ ਗੁਰੂ ਨਾਨਕ ਦੇ ਘਰ ਤੋਂ ਪ੍ਰਾਪਤ ਹੁੰਦੇ ਨੇ, ਜਿੱਥੇ ਗੁਰੂ ਨਾਨਕ ਬਾਬੇ ਨੇ ਇਹ ਗੱਲ ਆਖੀ ਸੀ, ਜੋ ਤੂੰ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਸ਼ਹਾਦਤ ਦਾ ਮਾਰਗ ਹੈ। ਆਪਣੇ ਆਪ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਭੇਂਟ ਕਰ ਦੇਣਾ, ਆਪਣੀ ਸੋਚ ਨੂੰ, ਆਪਣੀ ਮਤ ਨੂੰ ਗੁਰੂ ਅੱਗੇ ਭੇਂਟ ਕਰ ਦੇਣਾ, ਅਸਲ ਦੇ ਵਿੱਚ ਸ਼ਹਾਦਤ ਦਾ ਮਾਰਗ ਇਹ ਹੈ। ਤੇ ਮੁਰੀਦ ਬਣਨ ਤੋਂ ਪਹਿਲਾਂ ਤੇਰੇ ਜੀਵਨ ਦੇ ਵਿੱਚ ਕੀ ਗੱਲਾਂ ਹੋਣੀਆਂ ਚਾਹੀਦੀਆਂ ਨੇ, ਭਾਈ ਗੁਰਦਾਸ ਜੀ ਨੇ ਬੜੇ ਕੀਮਤੀ ਲਫ਼ਜ਼ਾਂ ਦੇ ਨਾਲ ਸਾਂਝ ਪਾਈ। ਤੇ ਤੁਸੀਂ ਅੱਜ ਦੇ ਇਸ ਸਮਾਗਮ ਨੂੰ ਉਸ ਦੇ ਨਾਲ ਜੋੜ ਕੇ ਵੇਖਣਾ ਆਪਣੀ ਸੁਰਤ ਵਿੱਚ। ਅੱਜ ਦੇ ਇਸ ਪ੍ਰਯੋਜਨ ਨੂੰ ਤੁਸੀਂ ਉਸ ਸੁਰਤ ਦੇ ਨਾਲ ਜੋੜ ਕੇ ਵੇਖਣਾ ਕਿ ਜਿਹੜੀਆਂ ਗੱਲਾਂ ਭਾਈ ਗੁਰਦਾਸ ਜੀ ਨੇ ਸਾਂਝੀਆਂ ਕੀਤੀਆਂ ਨਾ ਆਪਣੀ ਇਸ ਵਾਰ ਦੇ ਅੰਦਰ, ਜਿਹੜੇ 2 ਗੁਣ ਦੱਸੇ ਨੇ ਤੇ ਜਿਹੜੇ 2 ਡਰਾਂ ਦੀ ਗੱਲ ਕੀਤੀ ਹੈ ਕਿ ਭਾਈ ਜਿਹੜਾ ਸ਼ਹੀਦ ਦਾ ਜੀਵਨ ਹੁੰਦਾ, ਪਹਿਲੀ ਗੱਲ ਯਾਦ ਰੱਖਿਓ, ਸ਼ਹੀਦ ਉਹ ਹੁੰਦਾ ਜਿਹੜਾ ਸੱਚ ਦੇ ਲਈ ਆਪਣਾ ਆਪ ਕੁਰਬਾਨ ਕਰ ਦੇਵੇ। ਸ਼ਹੀਦ ਉਹ ਹੁੰਦਾ ਜਿਹੜਾ ਸੱਚ ਦੀ ਗਵਾਹੀ ਭਰਨ ਦੇ ਲਈ ਹਰ ਸਮੇਂ ਦੇ ਵਿੱਚ ਅੜ ਜਾਏ। ਸ਼ਹੀਦ ਉਹ ਹੁੰਦਾ ਜਿਹੜਾ ਪੁਰਜਾ ਕੱਟ ਮਰੇ, ਜਿਹੜਾ ਆਪਣਾ ਖੇਤ ਜੀਵਨ ਦੇ ਵਿੱਚ ਜਿਹੜਾ ਕਾਰਿਆਕ੍ਰਮ ਜੀਵਨ ਦਾ ਉਸ ਨੂੰ ਛੱਡੇ ਨਾ, ਭਾਵੇਂ ਉਹਦੇ ਵਾਸਤੇ ਉਹਨੂੰ ਕੁਝ ਵੀ ਕੀਮਤ ਚੁਕਾਣੀ ਪੈ ਜਾਏ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ 2 ਗੁਣ ਉਸ ਸ਼ਹੀਦ ਦੇ ਜੀਵਨ ਵਿੱਚ ਹੁੰਦੇ ਨੇ, ਸਾਬਰ ਸਿਦਕ। ਹੁਣ ਥੋੜਾ ਜਿਹਾ ਵਿਚਾਰ ਕਰਿਓ, ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਬੈਠ ਕੇ ਅੱਜ ਇਸ ਵਿਚਾਰ ਵਾਸਤੇ ਆਏ ਹਾਂ। ਸਬਰ ਤੋਂ ਭਾਵ ਕਿ ਸਹਿਜ ਅੰਦਰ ਹੈ। ਜੇ ਅੱਜ ਤੋਂ 1 ਸਾਲ ਪਹਿਲਾਂ ਜਾਂ 1.25 ਸਾਲ ਪਹਿਲਾਂ ਇੱਕ ਮੁਹਿੰਮ ਸ਼ੁਰੂ ਹੋਈ, ਜਦੋਂ ਸਰਕਾਰ ਨੇ ਸਾਡੇ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ, ਕਿਸਾਨਾਂ ਦੇ ਹੱਕਾਂ ਨੂੰ, ਕਿਉਂਕਿ ਅਸੀਂ ਸਾਰੇ ਹੀ ਕਿਸਾਨੀ ਕਿੱਤਿਆਂ ਦੇ ਨਾਲ ਸੰਬੰਧਿਤ ਲੋਕ ਹਾਂ, ਭਾਵੇਂ ਜ਼ਮੀਨਾਂ ਸਾਡੇ ਕੋਲ ਥੋੜ੍ਹੀਆਂ ਹੋਣ, ਭਾਵੇਂ ਬਹੁਤੀਆਂ ਹੋਣ, ਪਰ ਜੇ ਅਸਲ ਸਾਡਾ ਵਿਰਸਾ ਦੇਖਿਆ ਜਾਏ ਤੇ ਅਸੀਂ ਅੱਜ ਵੀ ਕਿਸਾਨ ਹਾਂ।
ਅਸੀਂ ਮਿਹਨਤਕਸ਼ ਲੋਕ ਹਾਂ ਔਰ ਜਿਤਨਾ ਵੀ ਸਾਡੇ ਇਹ ਮੂਲ ਨਿਵਾਸੀ ਪੰਜਾਬੀ ਲੋਕ ਹਨ, ਇਹ ਸਾਰੇ ਹੀ ਇਸ ਵਿਰਸੇ, ਇਸ ਕਿੱਤੇ ਦੇ ਨਾਲ ਜੁੜਦੇ ਹਨ। ਜਿਸ ਵੇਲੇ ਇਹ ਸਰਕਾਰ ਨੇ ਆਪਣੀ ਮਨਮਰਜ਼ੀ ਦੇ ਨਾਲ ਕੁਝ ਕਾਨੂੰਨ ਬਣਾ ਕੇ ਤੇ ਉਹਨਾਂ ਕਿਸਾਨਾਂ ਦੇ ਲਈ ਭੇਜੇ, ਤੇ ਕਿਸਾਨਾਂ ਦੀ ਜਥੇਬੰਦੀਆਂ ਨੇ, ਕਿਸਾਨਾਂ ਦੇ ਮੁਖੀਆਂ ਨੇ, ਉਹਨਾਂ ਦੇ ਜਿਹੜੇ ਜਾਨਸ਼ੀਨ ਲੋਕ ਸਨ, ਜਿਹੜੇ ਸਮਝਦਾਰ ਲੋਕ ਸਨ, ਉਹਨਾਂ ਨੇ ਜਿਸ ਵੇਲੇ ਉਹਨਾਂ ਕਾਨੂੰਨਾਂ ਦਾ ਨਿਰੀਖਣ ਕੀਤਾ, ਉਹਨਾਂ ਨੂੰ ਪੜ੍ਹਿਆ ਨਾ, ਉਹ ਕਹਿਣ ਲੱਗੇ ਇਹ ਕਾਨੂੰਨ ਸਾਡੇ ਹੱਕ ਵਿੱਚ ਨਹੀਂ ਹਨ। ਕਿਉਂਕਿ ਇੱਕ ਸਮਾਂ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ ਨਾ, ਕਦੇ ਉਸ ਸਮੇਂ ਨੂੰ ਨਿਗਾਹ ਮਾਰ ਕੇ ਵੇਖਿਓ। ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਰਜਵਾੜਾ ਸਿਸਟਮ ਹੋਇਆ ਕਰਦਾ ਸੀ। ਸਮੁੱਚੀਆਂ ਜ਼ਮੀਨਾਂ ਦਾ, ਜਿਸ ਤਰ੍ਹਾਂ ਇੱਕ ਪਿੰਡ, 2 ਪਿੰਡ, 4 ਪਿੰਡਾਂ ਦੀ ਜ਼ਮੀਨ ਦਾ ਮਾਲਕ ਇੱਕ ਬੰਦਾ ਹੁੰਦਾ ਸੀ। ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਬਾਬੇ ਦਾ ਜੀਵਨ ਪੜ੍ਹੀਏ ਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਤਲਵੰਡੀ ਦੇ ਵਿੱਚ ਗੁਰੂ ਨਾਨਕ ਬਾਬੇ ਦਾ ਆਗਮਨ ਹੋਇਆ, ਉਹ ਤਲਵੰਡੀ ਰਾਏ ਭੋਏ ਦੀ ਤਲਵੰਡੀ ਸੀ। ਉਹ ਜਿਹੜਾ ਰਾਏ ਭੋਏ ਸੀ, ਉਸ ਇਲਾਕੇ ਦੀਆਂ ਜ਼ਮੀਨਾਂ ਦਾ ਮਾਲਕ ਸੀ। ਤੇ ਅੱਗੇ ਮੁਜ਼ਾਹਰੇ ਰੱਖੇ ਹੁੰਦੇ ਸਨ, ਉਹਨਾਂ ਨੂੰ ਅਲਾਟਮੈਂਟਾਂ ਕੀਤੀਆਂ ਹੁੰਦੀਆਂ ਸੀ ਕਿ ਤੁਸੀਂ ਇਹਨਾਂ ਜ਼ਮੀਨਾਂ ਦੇ ਵਿੱਚ ਕੰਮ ਕਰਨਾ, ਇਹਨਾਂ ਦੇ ਵਿੱਚ ਫਸਲ ਲਾਣੀ ਹੈ, ਤੇ ਇਹਨਾਂ ਜ਼ਮੀਨਾਂ ਦੇ ਵਿੱਚੋਂ ਜਦੋਂ ਫਸਲ ਨਿਕਲੇਗੀ ਤੇ ਤੁਸੀਂ ਉਹ ਫਸਲ ਜਿਹੜੀ ਹੈ ਉਸ ਦੇ ਮਾਲਕ ਤੱਕ ਪਹੁੰਚਾ ਦੇਣੀ, ਤੇ ਫਿਰ ਉਸ ਦਾ ਮਾਲਕ ਉਹਦੇ ਬਦਲੇ ਵਿੱਚ ਤੁਹਾਨੂੰ ਤੁਹਾਡੀ ਮਿਹਨਤ ਦੇਵੇਗਾ। ਇਹ ਸਿਸਟਮ ਹੋਇਆ ਕਰਦਾ ਸੀ। ਇਹ ਰਜਵਾੜਾ ਸਿਸਟਮ ਹੋਇਆ ਕਰਦਾ ਸੀ, ਇਹ ਜ਼ਮੀਂਦਾਰੀ ਸਿਸਟਮ ਹੋਇਆ ਕਰਦਾ ਸੀ। ਔਰ ਇਹਦੇ ਵਿੱਚ ਅਧੀਨਗੀ ਹੁੰਦੀ ਸੀ, ਉਸ ਜਿਹੜਾ ਜ਼ਮੀਂਦਾਰ ਹੁੰਦਾ ਸੀ, ਜਿਹੜਾ ਮਾਲਕ ਹੁੰਦਾ ਸੀ, ਆਮ ਲੋਕਾਂ ਦੀ ਇਹ ਅਧੀਨਗੀ ਹੁੰਦੀ ਸੀ। ਗੁਰੂ ਨਾਨਕ ਬਾਬੇ ਦਾ ਜੀਵਨ ਤੋਂ ਤੁਸੀਂ ਕਦੇ ਅਸੀਂ ਵਿਚਾਰ ਆਰੰਭ ਕਰਕੇ ਵੇਖੀਏ ਤੇ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਧਰਤੀ ਦੇ ਉੱਤੇ, ਇਸ ਕਾਇਨਾਤ ਦੇ ਵਿੱਚ ਇੱਕ ਰਾਜ, ਸਿੱਖ ਰਾਜ ਕਾਇਮ ਕੀਤਾ, ਜਿਹੜਾ 1700 ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਾਣ ਤੋਂ ਬਾਅਦ 1710 ਦੇ ਵਿੱਚ। ਤੇ ਸਭ ਤੋਂ ਪਹਿਲਾ ਕੰਮ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਕੀਤਾ ਸੀ? ਗੁਰੂ ਕੇ ਪਿਆਰ ਵਾਲਿਓ, ਕਦੇ ਇਸ ਗੱਲ ਦਾ ਸਾਨੂੰ ਧਿਆਨ ਹੋਣਾ ਚਾਹੀਦਾ। ਸਭ ਤੋਂ ਪਹਿਲਾ ਕੰਮ ਬਾਬਾ ਬੰਦਾ ਸਿੰਘ ਬਹਾਦਰ ਦਾ ਸੀ ਕਿ ਉਹਨਾਂ ਨੇ ਇਹ ਜ਼ਮੀਂਦਾਰਾ ਸਿਸਟਮ ਖਤਮ ਕੀਤਾ। ਜਿਹੜੇ ਬੇਗਾਰੀ ਸਨ, ਜਿਹੜੇ ਲੋਕ ਉਸ ਵੇਲੇ ਮੁਜ਼ਾਹਰੇ ਸਨ, ਜਿਹੜੇ ਕੰਮਕਾਜ ਕਰਨ ਵਾਲੇ ਸਨ ਨਾ, ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ। ਉਹ ਪੱਟੇ ਉਹਨਾਂ ਦੇ ਨਾਮ ਕੀਤੇ ਤਾਂ ਕਿ ਉਹਨਾਂ ਨੂੰ ਇਹ ਨਾ ਮਹਿਸੂਸ ਹੋਏ ਕਿ ਇਹ ਜਿਹੜੀ ਜ਼ਮੀਨ ਹੈ, ਜਿਸ ਧਰਤੀ ਨੂੰ ਗੁਰੂ ਨਾਨਕ ਬਾਬੇ ਨੇ ਕਦੇ ਮਾਂ ਦਾ ਦਰਜਾ ਦਿੱਤਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਉਸ ਧਰਤੀ ਨੂੰ, ਉਹ ਧਰਤੀ ਮਾਂ ਦੀ ਜਿਹਦੀ ਮੈਂ ਸੇਵਾ ਕਰ ਰਿਹਾ, ਜਿਹਦੀ ਹਿੱਕ ਦੇ ਵਿੱਚੋਂ ਮੈਂ ਪਾੜ ਕੇ ਵਿੱਚੋਂ ਅੰਨ ਕੱਢਦਾ ਹਾਂ, ਮੈਂ ਆਪਣਾ ਪੇਟ ਭਰਦਾ ਹਾਂ, ਆਪਣੇ ਪਰਿਵਾਰਾਂ ਦੇ ਪੇਟ ਭਰਦਾ ਹਾਂ, ਕਿਤੇ ਉਹ ਧਰਤੀ ਜਿਹੜੀ ਹੈ ਮੇਰੀ ਮਾਂ ਹੈ, ਇੱਕ ਪੂਜਨਯੋਗ ਧਰਤੀ ਹੈ। ਉਹਨਾਂ ਧਰਤੀਆਂ ਦੇ ਮਾਲਕ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ। ਔਰ ਦੁਨੀਆ ਦੇ ਵਿੱਚ ਇਹ ਡੈਮੋਕ੍ਰੈਟਿਕ ਸਿਸਟਮ ਸ਼ਾਇਦ ਪਹਿਲੀ ਵਾਰ ਦੁਨੀਆ ਦੇ ਤਖਤੇ ਦੇ ਉੱਤੇ ਆਇਆ, ਜਿਹਦੇ ਵਿੱਚ ਜ਼ਮੀਂਦਾਰੀ ਸਿਸਟਮ ਖਤਮ ਹੋਇਆ ਸੀ। ਇਹ ਗੁਰੂ ਨਾਨਕ ਦੇ ਘਰ ਦੀ ਆਵਾਜ਼ ਸੀ। ਬੜੀਆਂ ਸਾਡੀਆਂ ਐਸੀਆਂ ਧਰੋਹਰਾਂ ਹਨ ਜਿਹੜੀਆਂ ਅੱਜ ਸਾਡੇ ਕੋਲੋਂ ਖੋਹ ਗਈਆਂ, ਸਾਡੇ ਕੋਲੋਂ ਦੂਰ ਚਲੀਆਂ ਗਈਆਂ। ਸਮੇਂ ਦੇ ਹਾਕਮਾਂ ਨੇ ਸੋਚਿਆ ਕਿ ਦੁਨੀਆ ਦੇ ਲੋਕਾਂ ਨੂੰ ਗੁਲਾਮ ਕਿਵੇਂ ਕੀਤਾ ਜਾ ਸਕਦਾ ਹੈ। ਉਹਨਾਂ ਨੇ ਇਤਿਹਾਸ ਪੜ੍ਹੇ, ਉਹਨਾਂ ਨੇ ਸਾਰਾ ਕੁਝ ਵਿਚਾਰਨ ਤੋਂ ਬਾਅਦ ਕੀ ਕੀਤਾ, ਉਸ ਸਿਸਟਮ ਨੂੰ ਫੇਰ ਦੁਹਰਾਉਣ ਦਾ ਯਤਨ ਕੀਤਾ ਕਿ ਜਿਹੜਾ ਰਜਵਾੜਾ ਸਿਸਟਮ ਸੀ, ਜਿਹੜਾ ਜ਼ਮੀਂਦਾਰੀ ਸਿਸਟਮ ਸੀ, ਉਸ ਨੂੰ ਫੇਰ ਵੱਡੇ ਲੋਕਾਂ ਦੇ ਹੱਥ ਵਿੱਚ ਦੇ ਦਿੱਤਾ ਜਾਏ, ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ, ਤਾਂ ਕਿ ਇਹ ਲੋਕ, ਕਿਉਂਕਿ ਜਿਨ੍ਹਾਂ ਦੀ ਇਕਨੋਮੀ ਜਿਹੜੀ ਹੁੰਦੀ ਨਾ, ਉਹ ਗੁਲਾਮ ਹੋ ਜਾਂਦੀ ਨਾ। ਜਦੋਂ ਇਕਨੋਮੀ ਗੁਲਾਮ ਹੋ ਜਾਂਦੀ ਸਾਡੀ, ਜਦੋਂ ਅਰਥ ਵਿਵਸਥਾ ਜਿਹੜੀ ਸਾਡੀ ਵਿਗੜ ਜਾਂਦੀ ਹੈ, ਉਹ ਕੌਮਾਂ ਆਪਣਾ ਆਪ ਛੱਡ ਜਾਂਦੀਆਂ ਨੇ। ਯਾਦ ਰੱਖਿਓ ਇਹ ਗੱਲ। ਇਕਨੋਮੀ ਨੂੰ ਮੇਨਟੇਨ ਕਰਨਾ ਵੀ ਇੱਕ ਬਹੁਤ ਵੱਡਾ, ਕੌਮ ਦੇ ਬੜੇ ਪੱਖ ਹੁੰਦੇ ਨੇ। ਕੌਮ ਦਾ ਪੱਖ ਕੇਵਲ ਧਰਮ ਦਾ ਪੱਖ ਨਹੀਂ ਹੁੰਦਾ। ਕੌਮਾਂ ਦੇ ਪੱਖ ਐਸੇ ਵੀ ਹੁੰਦੇ ਨੇ ਜਿਹਦੇ ਵਿੱਚ ਰਾਜਨੀਤਿਕ ਪੱਖ ਵੀ ਹੁੰਦੇ ਨੇ, ਜਿਹਦੇ ਵਿੱਚ ਧਾਰਮਿਕ ਪੱਖ ਵੀ ਹੁੰਦੇ ਨੇ, ਜਿਹਦੇ ਵਿੱਚ ਸਮਾਜਿਕ ਪੱਖ ਵੀ ਹੁੰਦੇ ਨੇ, ਤੇ ਜਿਸ ਦੇ ਅੰਦਰ ਇਹ ਜਿਹੜੇ ਆਰਥਿਕ ਪੱਖ ਵੀ ਨਾਲ ਲਿੱਤੇ ਜਾਂਦੇ। ਇਹ ਚਾਰੋਂ ਪੱਖਾਂ ਨੂੰ ਮਿਲਾ ਕੇ ਸੰਪੂਰਨ ਕੌਮਾਂ ਦੁਨੀਆ ਦੇ ਨਕਸ਼ੇ ਦੇ ਉੱਤੇ ਆਪਣਾ ਅਸਤਿਤਵ ਸ਼ੋਅ ਕਰਦੀਆਂ ਨੇ। ਅੱਜ ਆਪਾਂ ਘਰਾਂ ਵਿੱਚ ਬੈਠ ਕੇ ਇਹ ਵਿਚਾਰ ਸਰਵਣ ਕਰ ਰਹੇ ਹਾਂ, ਕਿਉਂਕਿ ਸ਼ੁਕਰਾਨਾ ਕਰ ਰਹੇ ਹਾਂ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ ਦਾ ਕਿ ਉਹਨਾਂ ਹੈਂਕੜਵਾਜ ਲੋਕਾਂ ਦੇ ਜਿਹੜੇ ਮਨਸੂਬੇ ਸਨ ਉਹ ਸੰਪੂਰਨ ਨਹੀਂ ਹੋਏ, ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਇਹ ਕਾਲੇ ਕਾਨੂੰਨ ਲੱਦ ਕੇ ਉਹ ਜਿਹੜਾ ਜ਼ਮੀਂਦਾਰ ਸਿਸਟਮ ਫਿਰ ਜਿਸ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ, ਅੱਜ ਉਹ ਆਪਣੇ ਮਨਸੂਬਿਆਂ ਦੇ ਵਿੱਚ ਨਾਕਾਮ ਹੋਏ। ਔਰ ਇਹਦੇ ਵਾਸਤੇ ਇਹ ਜਿਹੜਾ ਸਾਰੇ ਦਾ ਸਾਰਾ ਸਿਸਟਮ ਬਣਿਆ, ਉਹਦੇ ਵਿੱਚ ਜਿਹੜਾ ਗੁਰੂ ਨਾਨਕ ਦੇ ਘਰ ਦੀ ਜਿਹੜੀ ਵਿਚਾਰਧਾਰਾ ਸੀ ਨਾ, ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ, ਭਾਈ ਗੁਰਦਾਸ ਜੀ ਦੀ ਜਿਹੜੀ ਮੈਂ ਬਾਰ
क्योंकि ਜਿਹੜੇ ਲੋਕ ਘਰੋਂ ਤੁਰੇ ਸਨ ਨਾ, ਉਹ ਲੋਕ ਆਪਣਾ ਆਪ ਵਾਰਨਾ ਕਰਕੇ ਤੁਰੇ ਸਨ। ਜਿਹੜੇ ਲੋਕ ਇਸ ਮਾਰਗ ਦੇ ਉੱਤੇ ਚੱਲੇ ਸੀ, ਇਤਮਾਰਗ ਪੈਰ ਧਰੀਜੇ ਸਿਰ ਦੀਜੇ ਕਾਨ ਨਾ ਕੀਜੇ, ਉਹ ਪੜ੍ਹ ਕੇ ਚੱਲੇ ਸਨ ਇਹ ਗੁਰਬਾਣੀ ਦੀਆਂ ਪੰਕਤੀਆਂ, ਇਹ ਅਰਦਾਸ ਕਰਕੇ ਚੱਲੇ ਸਨ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਉਹਨਾਂ ਇਹ ਗੱਲ ਆਪਣੇ ਮਨ ਵਿੱਚ ਧਾਰਨ ਕਰ ਲਈ ਸੀ, ਜਾਂ ਤਾਂ ਜਿੱਤ ਕੇ ਆਵਾਂਗੇ ਜਾਂ ਵਾਪਸ ਸਾਡੀਆਂ ਲਾਸ਼ਾਂ ਆਵਾਂਗੇ। 750 ਤੋਂ 800 ਦੇ ਵਿੱਚ ਸਾਡੇ ਉਹ ਨੌਜਵਾਨ ਬਜ਼ੁਰਗ ਵੀਰ ਜਿਹੜੇ ਸ਼ਹਾਦਤਾਂ ਪ੍ਰਾਪਤ ਕਰ ਗਏ। 750 ਤੋਂ ਉੱਪਰ ਦੇ ਅੰਕੜੇ ਜਿਹੜੇ ਇਸ ਵੇਲੇ ਸਾਡੇ ਸਾਹਮਣੇ ਹਨ ਕਿ ਉਹ 750 ਲੋਕ ਜਿਨ੍ਹਾਂ ਨੇ ਇਸ ਮਾਰਗ ਦੇ ਵਿੱਚ ਸ਼ਹਾਦਤਾਂ ਪਾ ਦਿੱਤੀਆਂ, ਉਹਨਾਂ ਦਾ ਹਿਸਾਬ ਕੌਣ ਲਵੇਗਾ? ਉਹਨਾਂ ਨੂੰ ਇਨਸਾਫ ਕੌਣ ਦਿਵਾਵੇਗਾ? ਉਹਨਾਂ ਦੇ ਪਰਿਵਾਰਾਂ ਦੀ ਦੇਖ ਰੇਖ ਕੌਣ ਕਰੇਗਾ? ਜਿਸ ਮਾਂ ਦਾ ਜਵਾਨ ਬੱਚਾ ਚਲਾ ਗਿਆ, ਜਿਸ ਭੈਣ ਦਾ ਵੀਰ ਚਲਾ ਗਿਆ, ਜਿਸ ਔਰਤ ਦਾ ਪਤੀ ਚਲਾ ਗਿਆ, ਇਹ ਜਿਹੜੇ ਸ਼ਹਾਦਤ ਦੇ ਮਾਰਗ ਸਨ, ਇਹ ਸ਼ਹਾਦਤ ਦੇ ਮਾਰਗ ਉਹਨਾਂ ਆਪ ਚੁਣੇ ਸਨ। ਕਿ ਮੈਂ ਇਤਿਹਾਸ ਦੇ ਇੱਕ ਦਿਨ ਇੱਕ ਇੰਟਰਵਿਊ ਸਰਵਣ ਕਰ ਰਿਹਾ ਸੀ, ਕਿਉਂਕਿ ਉੱਥੇ ਜਾ ਕੇ ਤੁਸੀਂ ਦੇਖਿਓ ਜਿਹੜੇ ਬਜ਼ੁਰਗ ਸਨ ਨਾ, ਬਹੁਤ ਬਜ਼ੁਰਗ ਉੱਥੇ ਬੈਠੇ ਸਨ, ਤੇ ਬਹੁਤ ਸਾਰੇ ਲੋਕਾਂ ਨੇ ਇੱਕ ਤੰਜ ਕੱਸੀ, ਇਹ ਬਜ਼ੁਰਗ ਘਰੋਂ ਵਿਹਲੇ ਹਨ, ਇਹ ਤਾਂ ਇੱਥੇ ਆ ਕੇ ਬੈਠੇ ਨੇ, ਇਹਨਾਂ ਨੂੰ ਘਰ ਕੋਈ ਪੁੱਛਦਾ ਨਹੀਂ ਹੈ। ਇੱਕ ਬਜ਼ੁਰਗ ਬਾਪੂ ਦਾ ਮੈਂ ਇੰਟਰਵਿਊ ਸੁਣ ਕੇ ਬੜਾ ਹੈਰਾਨ ਹੋਇਆ ਸੀ, ਔਰ ਮਨ ਉਸ ਦਿਨ ਅੰਦਰੋਂ ਹੰਝੂਆਂ ਦੇ ਨਾਲ ਮਨ ਦੇ ਵਿੱਚ ਜਿਹੜਾ ਵਿਰਾਗ ਮਨ ਵਿੱਚ ਪੈਦਾ ਹੋਇਆ ਕਿ 90 ਕੁ ਸਾਲ ਦਾ ਬਜ਼ੁਰਗ ਹੋਵੇਗਾ। ਉਸਨੂੰ ਉਸ ਟੀਵੀ ਦੇ ਪੱਤਰਕਾਰ ਨੇ ਇੱਕ ਸਵਾਲ ਕੀਤਾ, ਉਹ ਕਹਿੰਦਾ ਬਾਪੂ ਤੂੰ ਕੀ ਕਰਨਾ ਆਇਆ ਤੇ ਤੂੰ ਆਪਣੀ ਕਿੰਨੀ ਕੁ ਜ਼ਿੰਦਗੀ ਸਮਝਦਾ, ਤੇਰੀ ਕਿਤਨੀ ਕੁ ਜ਼ਿੰਦਗੀ ਬਾਕੀ ਹੈ? ਤੇ 90 ਸਾਲ ਦਾ ਬਜ਼ੁਰਗ ਬਾਪੂ ਦਾ ਜਿਹੜਾ ਜਵਾਬ ਸੀ ਨਾ, ਉਹ ਜ਼ਰੂਰ ਆਪਣੇ ਮਨ ਵਿੱਚ ਅਸੀਂ ਪਰੋ ਲਈਏ। ਉਹ ਬਾਪੂ ਬਜ਼ੁਰਗ ਕਹਿਣ ਲੱਗਾ, ਕਹਿੰਦਾ ਮੇਰੀ 90 ਸਾਲ ਦੀ ਉਮਰ ਹੈ, ਪਤਾ ਨਹੀਂ ਮੈਂ ਦਿਹਾੜੀ ਆ ਕਿ 2 ਦਿਹਾੜੀਆਂ, ਕੁਛ 10 ਦਿਨ ਨਾਲ ਸਾਲ ਆ, 6 ਮਹੀਨੇ ਆ, ਮੇਰੀ ਕਿਤਨੀ ਕੁ ਉਮਰ ਹੈ ਮੈਨੂੰ ਕੋਈ ਪਤਾ ਨਹੀਂ। ਇਹਨਾਂ ਕਾਨੂੰਨਾਂ, ਇਹ ਕਾਨੂੰਨ ਲਾਗੂ ਹੋਣ, ਇਹ ਕਾਨੂੰਨ ਰੱਦ ਹੋਣ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਮੈਂ ਆਪਣਾ ਪਰਸਨਲ ਜੀਵਨ ਵੇਖਣਾ ਹੋਵੇ। ਕਹਿੰਦਾ 70 ਸਾਲ ਦਾ ਇੱਕ ਮੇਰਾ ਆਪਣਾ ਲੜਕਾ ਵੀ ਮੇਰੇ ਨਾਲ ਐਸੇ ਹੀ ਸੰਘਰਸ਼ ਦੇ ਵਿੱਚ ਆ ਕੇ ਬੈਠਾ ਹੈ, ਉਹ ਵੀ ਇਸੇ ਸੰਘਰਸ਼ ਵਿੱਚ ਆਇਆ ਹੋਇਆ ਹੈ। ਕਹਿੰਦਾ ਮੈਂ ਇੱਥੇ ਬੈਠਾ ਹਾਂ ਆਪਣੀ ਆਉਣ ਵਾਲੀ ਉਮਤ ਦੇ ਲਈ, ਆਪਣੀਆਂ ਆਉਣ ਵਾਲੀ ਨਸਲਾਂ ਦੇ ਲਈ, ਜਿਹੜੀਆਂ ਨਸਲਾਂ ਕਦੇ ਸਾਡੇ ਫੋਟੋ ਅੱਗੇ ਕਿਤੇ ਆਪਣੇ ਘਰਾਂ ਵਿੱਚ ਜਦੋਂ ਫੋਟੋ ਲੱਗੀ ਹੋਣਗੇ ਨਾ, ਜੇ ਸਾਨੂੰ ਗੁਲਾਮੀ ਦੀ ਰਾਹ ਤੇ ਪਾ ਕੇ ਅਸੀਂ ਉਹਨਾਂ ਨੂੰ ਛੱਡ ਗਏ ਨਾ, ਉਹ ਸਾਨੂੰ ਗਾਲਾਂ ਕੱਢਿਆ ਕਰਨਗੇ। ਉਹਨਾਂ ਕਹਿਣਾ ਇਹ ਸਾਡੇ ਬਜ਼ੁਰਗ ਉਹ ਸਨ ਜਦੋਂ ਸਮੇਂ ਦੀਆਂ ਸਰਕਾਰਾਂ ਨੇ ਸਾਡੇ ਤੇ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ, ਸਾਡੇ ਆਰਥਿਕ ਹੱਕ ਖੋਹਣ ਦੀ ਕੋਸ਼ਿਸ਼ ਕੀਤੀ। ਇਹਨਾਂ ਲੋਕਾਂ ਨੇ ਉਸ ਵੇਲੇ ਹਾਂ ਦਾ ਨਾਰਾ ਨਹੀਂ ਮਾਰਿਆ। ਇਹ ਮੈਂ ਕਹਿੰਦਾ ਉਸ ਅਣਖ ਨੂੰ ਬਰਕਰਾਰ ਰੱਖਣ ਦੇ ਲਈ, ਉਸ ਸਮੇਂ ਨੂੰ ਬਰਕਰਾਰ ਰੱਖਣ ਦੇ ਲਈ ਮੈਂ ਅੱਜ ਇਸ ਦਿੱਲੀ ਦੇ ਇਹਨਾਂ ਸੜਕਾਂ ਦੇ ਉੱਤੇ ਬੈਠਾ ਹੋਇਆ। ਮੈਂ ਇਹਨਾਂ ਰੋਡਾਂ ਦੇ ਉੱਤੇ, ਇਹਨਾਂ ਤੰਬੂਆਂ ਦੇ ਵਿੱਚ, ਇਹਨਾਂ ਟੈਂਟਾਂ ਦੇ ਵਿੱਚ ਤਾਂ ਬੈਠਾ ਹੋਇਆ ਕਿ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਤੇ ਸਾਨੂੰ ਲਾਹਨਤਾਂ ਨਾ ਪਾਣ ਕਿ ਸਾਡੇ ਬਜ਼ੁਰਗ ਕੁਝ ਨਹੀਂ ਕਰਕੇ ਗਏ। ਇਤਨੀ ਲੰਬੀ ਸੋਚ ਰੱਖਣ ਵਾਲੇ ਵੀ ਉਸ ਅੰਦੋਲਨ ਦੇ ਵਿੱਚ ਲੋਕ ਬੈਠੇ ਸਨ, ਜਿਹੜੇ ਆਪਣੇ ਵਾਸਤੇ ਨਹੀਂ ਆਏ ਸਨ, ਆਪਣੇ ਪੋਤਰਿਆਂ ਵਾਸਤੇ, ਆਪਣੇ ਪੜਪੋਤਰਿਆਂ ਵਾਸਤੇ, ਆਪਣੀ ਕੌਮ ਵਾਸਤੇ, ਆਪਣੇ ਸਮਾਜ ਵਾਸਤੇ, ਆਪਣੇ ਮੁਲਕ ਵਾਸਤੇ, ਆਪਣੇ ਦੇਸ਼ ਪਿਆਰ ਦੇ ਹਿੱਤ ਵਾਸਤੇ ਲੋਕ ਆਏ ਸਨ। ਕਿ ਸਾਡੇ ਇਸ ਮੁਲਕ, ਜਿਹੜਾ ਮੁਲਕ ਧਾਰਮਿਕ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਸਭ ਤੋਂ ਅੱਗੇ ਮੰਨਿਆ ਜਾਂਦਾ ਹੈ, ਜਿਹੜੇ ਮੁਲਕ ਦੇ ਅੰਦਰ ਸਭ ਤੋਂ ਵੱਡਾ ਡੈਮੋਕ੍ਰੈਟਿਕ ਕੰਟਰੀ ਮੰਨੀ ਜਾਂਦੀ ਹੈ, ਉਹਦੇ ਵਿੱਚ ਰਾਜ ਵੀ ਉਸੇ ਕਿਸਮ ਦਾ ਹੋਵੇ, ਉਹਦੇ ਵਿੱਚ ਲੋਕ ਵੀ ਚੰਗੇ ਰਾਜ ਕਰਨ। ਇਹ ਜਗਾਨ ਆਏ ਸਨ ਉਹਨਾਂ ਲੋਕਾਂ ਨੂੰ, ਭਾਈ ਗੁਰਦਾਸ ਜੀ, ਕਿਉਂਕਿ ਉਹਨਾਂ ਲੋਕਾਂ ਦੇ ਜਿਹੜੇ ਨਜ਼ਰੀਏ ਸਨ ਨਾ, ਉਹ ਬੜੇ ਕਲੀਅਰ ਸਨ। ਭਾਈ ਗੁਰਦਾਸ ਜੀ ਕਹਿਣ ਲੱਗੇ ਸਾਬਰ ਜ਼ਿੰਦਗੀ ਦੇ ਵਿੱਚ ਜਿਹੜੇ ਐਸੇ ਮਾਰਗ ਦੇ ਉੱਤੇ ਲੋਕ ਤੁਰਦੇ ਨਾ, ਉਹਨਾਂ ਦੇ ਅੰਦਰ ਸਬਰ ਹੁੰਦਾ ਹੈ, ਉਹਨਾਂ ਦੇ ਅੰਦਰ ਸਿਦਕ ਹੁੰਦਾ ਹੈ, ਔਰ ਉਹਨਾਂ ਨੂੰ ਇੱਕ ਭਰੋਸਾ ਹੁੰਦਾ ਹੈ। ਸਾਬਰ, ਸਿਦਕ, ਸ਼ਹੀਦ, ਇਹ 2 ਗੁਣ ਜਿਹੜੇ ਹੁੰਦੇ ਨੇ ਉਸ ਸ਼ਹਾਦਤ ਦੇ ਮਾਰਗ ਦੇ ਉੱਤੇ ਚੱਲਣ ਵਾਲੇ ਦੇ ਜੀਵਨ ਦੇ ਮੇਨ ਗੁਣ ਹੁੰਦੇ ਨੇ ਕਿ ਸਬਰ ਉਹਦੇ ਅੰਦਰ ਹੈ। ਜੇ ਸਬਰ ਸੀ ਤੇ ਸਾਲ ਬੈਠੇ, 1 ਸਾਲ 1 ਮਹੀਨਾ ਬੈਠੇ, ਤੇ ਜੇ ਸਬਰ ਨਾ ਹੁੰਦਾ ਤੇ ਹੋ ਸਕਦਾ ਜਿਸ ਦਿਨ ਬੜੀਆਂ ਖੁੱਲੀਆਂ ਹਵਾਵਾਂ ਚੱਲੀਆਂ ਸਨ, ਜਿਸ ਦਿਨ ਬੜੇ ਵੱਡੇ ਪੱਧਰ ਦੇ ਉੱਤੇ ਤੂਫਾਨ ਆਏ ਸਨ, ਟੈਂਟ ਪੁੱਠੇ ਹੋ ਗਏ ਸਨ, ਉਸ ਦਿਨ ਛੱਡ ਕੇ ਘਰ ਆ ਜਾਂਦੇ, ਬਾਪੂ ਤੂੰ ਕੀ ਲੈਣਾ? ਨੌਜਵਾਨ ਪੁੱਤ ਨੂੰ ਮਾਂ ਕਹਿੰਦੀ ਪੁੱਤਰਾ ਘਰ ਆ, ਆਪਣਾ ਕੰਮ ਦਾ ਕਾਜ ਵੇਖ, ਆਪਣੇ ਧੰਦੇ ਵੇਖ, ਤੂੰ ਇੱਥੇ ਕੀ ਲੈਣਾ? ਉਹ ਜਿਹੜਾ ਸਬਰ ਸੀ ਨਾ, ਉਹ ਜਿਹੜਾ ਸਿਦਕ ਸੀ, ਅੱਜ ਸਾਨੂੰ ਇਸ ਰਾਹ ਦੇ ਉੱਤੇ ਲੈ ਕੇ ਅੱਜ ਦੀ ਭਾਈ ਗੁਰਦਾਸ ਜੀ ਨੇ ਗੱਲ ਕੀਤੀ। ਸਾਬਰ, ਸਿਦਕ, ਸ਼ਹੀਦ, ਕਹਿੰਦੇ ਇਹ ਦੋਵੇਂ ਚੀਜ਼ਾਂ ਜਿਹੜੀਆਂ ਨਾ,
ਉਹਨਾਂ ਲੋਕਾਂ ਦੇ ਅੰਦਰ ਹੁੰਦੀਆਂ ਨੇ ਜਿਹੜੇ ਇਸ ਮਾਰਗ ਦੇ ਉੱਪਰ ਚੱਲਦੇ ਨੇ। ਤੇ ਦੋ ਚੀਜ਼ਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਫਿਰ ਅੱਗੇ ਕੀਤਾ। ਕਹਿੰਦੇ ਉਹ ਦੋ ਚੀਜ਼ਾਂ ਉਹਨਾਂ ਦੇ ਜੀਵਨ ਵਿੱਚ ਨਹੀਂ ਹੁੰਦੀਆਂ। ਭਰਮ ਪਾਓ ਖੋਬ ਨਾ, ਸਾਵਰ ਸਿਦਕ ਸ਼ਹੀਦ ਭਰਮ ਪਾਓ ਖੋਬ ਨਾ। ਦੋ ਗੁਣ ਸ਼ਹੀਦ ਦੇ ਭਾਈ ਗੁਰਦਾਸ ਜੀ ਨੇ ਦ੍ਰਿੜ ਕਰਵਾ ਦਿੱਤੇ। ਸਬਰ ਵੀ ਹੈ, ਸਿਦਕ ਵੀ ਹੈ। ਜੇ ਸਬਰ ਸੀ ਤੇ 1 ਸਾਲ ਠੰਡ ਵਿੱਚ ਵੀ ਬੈਠੇ, ਕੜਕਦੀਆਂ ਧੁੱਪਾਂ ਵਿੱਚ ਵੀ ਬੈਠੇ, ਬਰਸਾਤਾਂ ਵਿੱਚ ਵੀ ਬੈਠੇ। ਜੇ ਸਿਦਕ ਸੀ, ਗੁਰੂ ਦੀ ਬਾਣੀ ਦਾ ਅੰਦਰ ਸਿਦਕ ਸੀ, ਭਰੋਸਾ ਸੀ ਆਪਣੇ ਗੁਰੂ ਦੇ ਉੱਤੇ, ਤੇ ਉਹਨਾਂ ਨੇ ਆਪਣੀ ਇਸ ਮੰਜ਼ਿਲ ਨੂੰ ਸਰ ਕੀਤਾ। ਤੇ ਦੋ ਗੱਲਾਂ ਦਾ ਜ਼ਿਕਰ ਜਿਹੜਾ ਭਾਈ ਗੁਰਦਾਸ ਜੀ ਕਰ ਰਹੇ ਨਾ, ਭਰਮ ਪਾਓ ਖੋਬ ਨਾ। ਉਹਨਾਂ ਨੂੰ ਇਹ ਭਰਮ ਨਹੀਂ ਸੀ। ਉਹਨਾਂ ਨੂੰ ਭਰਮ ਇਹ ਨਹੀਂ ਸੀ ਕਿ ਜਿਸ ਮਕਸਦ ਵਾਸਤੇ ਅਸੀਂ ਆਏ ਹਾਂ ਅਸੀਂ ਗਲਤ ਜਗ੍ਹਾ ਆ ਕੇ ਬੈਠ ਗਏ ਹਾਂ। ਜਿਸ ਤਰ੍ਹਾਂ ਕਈ ਤਰ੍ਹਾਂ ਦੀ ਰੰਗਨ ਦਿੱਤੀ ਜਾਂਦੀ ਰਹੀ ਹੈ, ਇਹਨਾਂ ਅੰਦੋਲਨਾਂ ਨੂੰ ਕਈ ਤਰ੍ਹਾਂ ਦਾ ਨਾਲ ਜੋੜਿਆ ਜਾਂਦਾ ਰਿਹਾ ਹੈ ਕਿ ਇੱਥੇ ਖਾਲਿਸਤਾਨੀ ਆ ਕੇ ਬੈਠੇ, ਇੱਥੇ ਪਤਾ ਨਹੀਂ ਕਿਹੜੇ ਕਿਹੜੇ ਲੋਕ ਆ ਕੇ ਬੈਠ ਗਏ ਨੇ। ਉਹਨਾਂ ਨੂੰ ਭਰੋਸਾ ਸੀ ਇਸ ਗੱਲ ਦੇ ਉੱਤੇ ਕਿ ਅਸੀਂ ਜਿਸ ਮਕਸਦ ਵਾਸਤੇ ਆਏ ਹਾਂ ਸਾਡਾ ਮਕਸਦ ਸੰਪੂਰਨ ਹੈ, ਸਾਡਾ ਮਕਸਦ ਪਾਕ ਹੈ, ਸਾਡਾ ਮਕਸਦ ਪਵਿੱਤਰ ਹੈ। ਅਸੀਂ ਆਪਣੀ ਉਮਤ ਵਾਸਤੇ ਆਏ ਹਾਂ, ਆਪਣੇ ਮੁਲਕ ਵਾਸਤੇ ਆਏ ਹਾਂ, ਆਪਣੇ ਲੋਕਾਂ ਵਾਸਤੇ ਆਏ ਹਾਂ ਕਿ ਤਾਂ ਕਿ ਕੱਲ ਕਿਤੇ ਸਾਨੂੰ ਬਾਹਰ ਦੇ ਲੋਕ ਆ ਕੇ ਫਿਰ ਉਹ ਆਰਥਿਕ ਜੰਜੀਰਾਂ ਵਿੱਚ ਨਾ ਜਕੜ ਲੈਣ, ਸਾਨੂੰ ਕਿਸੇ ਦਾ ਬੇਗਾਰੀ ਬਣ ਕੇ ਨਾ ਜੀਵਨ ਜੀਣਾ ਪਏ। ਇਹ ਜਿਹੜੀ ਆਜ਼ਾਦੀ ਹੈ ਨਾ, ਇਹ ਆਜ਼ਾਦੀ ਦੀ ਗੱਲ ਸੀ ਸਾਡੇ ਅੰਦਰ। ਇਹ ਭੁਲੇਖਾ ਨਹੀਂ ਸੀ ਮਨ ਵਿੱਚ। ਅਗਰ ਭੁਲੇਖਾ ਹੁੰਦਾ ਤੇ ਸ਼ਾਇਦ ਡਗਮਗਾ ਜਾਂਦੇ। ਜਿਸ ਦਿਨ ਟੈਂਟਾਂ ਨੂੰ ਅੱਗ ਲਾਈ ਸੀ ਨਾ, ਉਹਨਾਂ ਨੇ ਪਿੱਛੋਂ ਮਸ਼ਾਲਾਂ ਦੇ ਨਾਲ ਦੂਰੋਂ ਸੁੱਟਦੇ ਸਨ, ਮਸ਼ਾਲ ਬੋਤਲ ਦੇ ਵਿੱਚ ਤੇਲ ਪਾ ਕੇ ਟੈਂਟ ਦੇ ਕੋਲ ਸੁੱਟ ਦਿੰਦੇ ਸਨ। ਉਸ ਦਿਨ ਛੱਡ ਕੇ ਆ ਜਾਂਦੇ। ਉਸ ਦਿਨ ਸੋਚਦੇ, ਮੈਨੂੰ ਯਾਦ ਹੈ ਮੈਂ ਅਗਸਤ ਦੇ ਮਹੀਨੇ ਵਿੱਚ ਮੈਂ ਉੱਥੋਂ ਲੰਘ ਗਿਆ ਸੀ, ਉੱਧਰ ਦਿੱਲੀ ਜਾ ਰਹੇ ਸੀ ਆਪਾਂ, ਉੱਥੇ ਰੁਕੇ 1 ਦਿਨ ਦੇ ਲਈ। ਤੇ ਬਾਰਿਸ਼ ਬਹੁਤ ਜ਼ਿਆਦਾ, ਇਤਨੀ ਬਾਰਿਸ਼ ਹੋਈ ਸੀ ਤੁਸੀਂ ਯਕੀਨ ਮੰਨਿਓ ਕਿ 1 ਫੁੱਟ ਦਾ ਪਾਣੀ ਜਿਹੜਾ ਟੈਂਟਾਂ ਦੇ ਵਿੱਚ ਖੜਾ ਸੀ, ਮੈਂ ਆਪ ਵੇਖਿਆ ਅੱਖਾਂ ਦੇ ਨਾਲ। ਤੇ ਉਹ ਬਜ਼ੁਰਗ ਜਿਹੜੇ ਉਹਦੇ ਕੱਪੜੇ ਸਨ ਉਹ ਸਾਰੇ ਮਲੀਆ ਮੇਟ ਮਲੀਨ ਹੋ ਚੁੱਕੇ ਸਨ। ਨੌਜਵਾਨ, ਇੱਥੋਂ ਤੱਕ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੇ ਇੱਕ ਲਗਾਤਾਰ 26 ਨਵੰਬਰ 2020 ਨੂੰ ਇੱਕ ਟੈਂਟ ਉੱਥੇ ਲਗਾਇਆ ਸੀ, ਜਿਹਦੇ ਵਿੱਚ ਦਵਾਈ ਦੀ ਸੇਵਾ, ਪੱਖਿਆਂ ਦੀ ਸੇਵਾ, ਹਰ ਤਰ੍ਹਾਂ ਦੀ ਸੇਵਾ ਚੱਲਦੀ ਰਹੀ। ਕੋਈ ਨਾ ਕੋਈ ਉੱਥੋਂ ਦਾ ਵਿਦਿਆਰਥੀ, 2 4 10 ਵਿਦਿਆਰਥੀ ਹਮੇਸ਼ਾ ਹੀ ਉਸ ਕੈਂਪ ਵਿੱਚ ਰਹਿੰਦੇ ਰਹੇ ਨੇ, ਜਿਨ੍ਹਾਂ ਨੇ ਇਹ ਸੇਵਾ ਕੀਤੀ। ਬਾਹਰੋਂ ਆਏ ਚੱਲ ਕੇ ਸਾਡੇ ਬਾਹਰ ਦੇ ਮੁਲਕਾਂ ਦੇ ਵਿੱਚ ਰਹਿਣ ਵਾਲੇ ਵੀਰ, ਜਿਨ੍ਹਾਂ ਨੂੰ ਪੰਜਾਬ ਦੇ ਨਾਲ ਪਿਆਰ ਸੀ, ਪੰਜਾਬੀਅਤ ਨਾਲ ਪਿਆਰ ਸੀ, ਉਹਨਾਂ ਨੇ ਆਪਣੇ ਘਰਾਂ ਦੇ ਖਜ਼ਾਨੇ ਖੋਲ੍ਹ ਦਿੱਤੇ। ਉਹਨਾਂ ਨੇ ਕੁਝ ਪਿੱਛੇ ਨਹੀਂ ਰੱਖਿਆ। ਔਰ ਇੱਥੋਂ ਤੱਕ ਕਿ ਮੈਂ ਜ਼ਿਕਰ ਤਾਂ ਵੀ ਕਰਾਂ ਕਿ ਇਸ ਨਗਰ ਦੇ ਵਿੱਚ ਮੈਨੂੰ ਯਾਦ ਹੈ ਕਿ ਪਿਛਲੇ ਸਾਲ ਜਿਨ੍ਹਾਂ ਦਿਨਾਂ ਦੇ ਵਿੱਚ ਸ਼ਹਾਦਤ ਦੇ ਸਮਾਗਮ ਚੱਲ ਰਹੇ ਸਨ ਨਾ, 19 ਤਰੀਕ ਨੂੰ ਨਗਰ ਧਵਲੈੜ ਦੇ ਵਿੱਚ ਇੱਕ ਸਮਾਗਮ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪ੍ਰਥਾਏ, 19 ਦਸੰਬਰ ਨੂੰ। ਤੇ ਉਸ ਦਿਨ ਰਾਤ ਨੂੰ ਪੂਰੇ ਬਾਰਡਰ ਦੇ ਲੋਕਾਂ ਦਾ ਇੱਕ ਵੱਡਾ ਇਕੱਠ ਸੀ। ਤੇ ਦਾਸ ਨੇ ਉੱਥੋਂ ਆਵਾਜ਼ ਚੁੱਕੀ ਸੀ, ਇਹ ਗੱਲ ਆਖੀ ਸੀ ਕਿ ਆਪਣੇ ਘਰਾਂ ਦੇ ਵਿੱਚ ਜਿਹੜੇ ਜਿਤਨੇ ਬਿਸਤਰੇ ਹਨ ਕੱਢ ਦਿਓ ਬਾਹਰ। ਜਿਹੜੇ ਸਾਡੀ ਪੇਟੀਆਂ ਭਰੀਆਂ ਨਾ ਰਜਾਈਆਂ ਦੇ ਨਾਲ, ਜਿਹੜੇ ਕੱਪੜੇ ਅਸੀਂ ਵਰਤਦੇ ਨਹੀਂ ਹਾਂ, ਜੋ ਸਾਡੇ ਕੋਲ ਫालतू ਪਿਆ ਹੋਇਆ। ਤੇ ਇੱਕ ਟਰੱਕ ਤੇ ਉਸ ਇਲਾਕੇ ਦੇ ਵਿੱਚੋਂ ਭਰ ਗਿਆ। ਤੇ ਦੂਜੇ ਦਿਨ ਸਵੇਰੇ ਆ ਕੇ ਐਸੇ ਹੀ ਨਗਰ ਦੇ ਵਿੱਚ, ਮੈਨੂੰ ਯਾਦ ਹੈ ਜਿਸ ਵੇਲੇ ਪ੍ਰਭਾਤ ਫੇਰੀ ਦੇ ਵਿੱਚ ਇਹ ਅਨਾਉਂਸਮੈਂਟ ਕੀਤੀ, ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਕੀਤੀ ਇਸ ਨਗਰ ਦੇ ਵਿੱਚ, ਤੇ ਇੱਕ ਗੱਡੀ ਮੇਰੇ ਖਿਆਲ ਇੱਥੋਂ ਵੀ ਪੂਰੀ ਬਣ ਗਈ ਸੀ। 60-70 ਕੁਆਂਟਲ ਕਣਕ ਇੱਥੋਂ ਚਲੇ ਗਈ, ਵੀਰਾਂ ਨੇ ਕਰ ਦਿੱਤੀ। 2-2.5 ਲੱਖ ਰੁਪਈਆ, ਮੈਨੂੰ ਯਾਦ ਹੈ ਕਿ 2.5 ਲੱਖ ਰੁਪਏ ਦੇ ਕਰੀਬ ਜਾ ਕੇ ਉੱਥੇ ਦੇਖ ਸੇਵਾ ਕਰਕੇ ਆਏ ਸੀ। ਕਿਉਂਕਿ ਗੁਰੂ ਨਾਨਕ ਦੇ ਘਰ ਦੇ ਇਹ ਜਿਹੜੇ ਖਜ਼ਾਨੇ ਹਨ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਇਹ ਰਾਹ ਗੁਰੂ ਨਾਨਕ ਬਾਬੇ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਭਾਈ ਜਦੋਂ ਲੋੜ ਪਵੇਗੀ ਤੈਨੂੰ, ਤੇਰੀ ਕੌਮ ਵਾਸਤੇ, ਮਨੁੱਖਤਾ ਵਾਸਤੇ, ਤੇਰੇ ਘਰ ਦੇ ਖਜ਼ਾਨੇ ਬੰਦ ਨਹੀਂ ਰਹਿਣੇ ਚਾਹੀਦੇ, ਕਿਉਂਕਿ ਤੈਨੂੰ ਮਕਸਦ ਤੇਰੇ ਸਾਹਮਣੇ ਕਲੀਅਰ ਹੋਣਾ ਚਾਹੀਦਾ ਹੈ। ਜੋ ਭਾਈ ਗੁਰਦਾਸ ਜੀ ਕਹਿੰਦੇ ਨਾ ਕਿ ਜੇ ਸਬਰ ਕੋਲ ਹੋਵੇ, ਸਿਦਕ ਕੋਲ ਹੋਵੇ, ਤੇ ਜੀਵਨ ਵਿੱਚ ਭਰਮ ਨਹੀਂ ਹੁੰਦਾ। ਜਿਸ ਮਾਰਗ ਦੇ ਉੱਤੇ ਮੈਂ ਚੱਲ ਰਿਹਾ, ਜਿਹੜਾ ਮਕਸਦ ਮੇਰੇ ਸਾਹਮਣੇ ਹੈ, ਜਿਹੜੀ ਮੰਜ਼ਿਲ ਮੇਰੇ ਸਾਹਮਣੇ ਹੈ, ਮੈਨੂੰ ਪਤਾ ਹੈ ਕਿ ਇਹ ਮੰਜ਼ਿਲ ਠੀਕ ਹੈ। ਜਿਸ ਕੰਮ ਵਾਸਤੇ ਮੈਂ ਤੁਰਿਆ, ਇਹ ਕੰਮ ਠੀਕ ਹੈ। ਮੇਰੇ ਅੰਦਰ ਤੋਖਲਾ ਕੋਈ ਨਹੀਂ ਹੈ, ਮੇਰੇ ਅੰਦਰ ਭਰਮ ਕੋਈ ਨਹੀਂ ਹੈ, ਮੇਰੇ ਅੰਦਰ ਭੁਲੇਖਾ ਕੋਈ ਨਹੀਂ ਹੈ। ਤੇ ਜਿਸ ਵੇਲੇ ਮਨੁੱਖ ਇਸ ਸੋਚ ਨੂੰ ਲੈ ਕੇ ਚੱਲਦਾ ਹੈ, ਉਹ ਜਿਹੜੀਆਂ ਮੰਜ਼ਿਲਾਂ ਆਪ ਸਰ ਹੁੰਦੀਆਂ ਨੇ, ਆਪ ਫਤਿਹ ਹੁੰਦੀਆਂ ਨੇ। ਬੜੇ ਬੜੇ ਹੰਕਾਰੀਆਂ ਨੂੰ ਦੁਨੀਆ ਦੇ ਇਤਿਹਾਸ ਦੇ ਵਿੱਚ ਸ਼ਾਇਦ ਕੋਈ ਐਸਾ ਅੰਦੋਲਨ ਚੱਲਿਆ ਹੋਵੇ। ਅੱਜ ਤੱਕ
इतना बड़े बड़े दुनिया के विच बड़े बड़े अंदोलन होए ने, पर इस किस्म का ऐसा अंदोलन शायद पहली बार दुनिया के तख्ते ते होएगा कि जिस अंदोलन दे विच किसी का एक धेले का नुकसान नहीं किया गया। और इत्थों तक कि जिहड़े उस इलाकिਆਂ ਦੇ वसनीक लोग सन, तुसीं जाके कदे पुछियो, साडी गल होई उन्हां लोकां दे नाल, बहुत सारे लोकां दे नाल, वो कहते कि साडे बिजनेस वध गए इत्थे इन्हां दे आउण दे नाल। कई लोग दसदे ने कि उत्थे ये हो गया वो हो गया, क्योंकि मीडिया बकाऊ हो गया ज़्यादा। वो कहते साडे बिजनेस वध गए, साडे इत्थे काम वध गए, साडे कहते जिहड़ा गरीब गुरबे लोग सन वो रज के रोटी खाण लग पे, कहते उन्होंने काम इन्ने मिल गए इत्थे, क्योंकि व्यापार वध गया। इतने लोग भावें वो यूपी दे सन, भावें वो हरियाणा दे सन, भावें वो पंजाब दे सन, ऐ ते सारे ही अपने मुल्क दे निवासी सन। वो सारिਆਂ ने आके दिल्ली के लोगों ने, उत्थों के जिहड़े लोग वसनीक सन ना, उन्होंने भी अपने घरों के दरवाजे खोल दिते। इत्थों तक कि बड़े बड़े होटलों वाले ने अपने कमरे खोल दिते सन, कहते आओ इत्थे रहो भाई, तुसी अन्नदाते हो देश के, तुसी मुल्क की आम लुकाई का, तुसी आम लोगों का पेट भरन वाले लोग हो, तुसी आप अपने पिंडे ते धुप सहारदे हो, तुसी लोगों को इत्थे तक लैके आंदे हो। ये जितने भी लोग सन जिहड़े उस यात्रा दे विच सन, जिहड़े उत्थे जाके आए, ये सारे दे सारे उस मार्ग दे उत्ते सन जिस मार्ग नूं शहादत का मार्ग कहा जाता है, जिस मार्ग नूं, क्योंकि उन्हां दे अंदर सबर सी, सिदक सी, ते भाई गुरदास जी कहंदे ने उन्हां दे अंदर भरम नहीं सी, भुलेखा नहीं सी, तां ही ते भुलिओ इस रिजल्ट अज आएगा। भरम उन्हां दे जीवन विच नहीं सी, ते ना उन्हां दे जीवन दे विच डर सी। भरम भाओ खोब ना, भाओ डर हुंदा है। भाव वो जो डर सी ना, डर ये नहीं सी कि मेरे ते केस बन जाएगा, मैं अंदर हो जावांगा, मेरी हिक ते उत्ते गोली बज जाएगी, कोई डर नहीं सी। चलो जिथे लै जाना असीं जान नूं तैयार हाँ, असीं ते पार्लीमेंट हाउस दे विच भी जाके अपनी आवाज़, अपने हक्कां दी राखी करांगे, असीं किसी दा थोड़ा कुछ बिगाड़ना है। जो डेमोक्रेटिक, जो मेरे कानून का, जो मेरे मुल्क का कानून मैनूं हक दिंदा, मैं उन्हां हक्कां दी राखी वास्ते हाँ, मैं मनुखता दे हक्कां दी राखी वास्ते हाँ, मैं आने वाली नस्लों की हकों की राखी वास्ते घरों निकलिया हाँ। इस आवाज़ नूं बुलंद किया और समुचे लोगों ने, साडे खास करके आरसपुरा बेल्ट के हर पासों एक वड्डी आवाज़ आई। कीर पिंड दे विचों भी 2.5 लाख की रकम गई, हर पासों गड्डियां भर के समान गए, बहुत सारे लोगों ने उत्थे जाके जो अपने बंदे योग सन, दान सन, वो पाए। और अज उहदा ये रिजल्ट आया कि असी अज उस मंजिल नूं सर करके, वो किसान वीर अज 9 बजे अरदास करके उत्थों वापसी घरां नूं वापस तुरनगे। तो मैं कल ही राजोआना साहब की एक स्टेटमेंट सरवण कर रहा सी, उसने बड़ी सोहनी गल आखी, कहते खुशी ना मनायो, कहते बहुती खुशी ना मनायो, तुहानूं छुट्टी भेज रहे हैं, अजे अंदोलन मुक्या नहीं है, अजे MSP बाकी है, अजे होर बहुत सारिया मंगां हन जिहड़ियां बाकी हैं। सो अज सतगुरु सच्चे पातशाह के चरणों में आपां अरदास कर रहे हैं कि सतगुरु सच्चे पातशाह जिहड़ा काम अरदास करके तेरे चरणों के विच कीती सी, जिहड़ी अरदास, वो अरदास संपूर्ण हुई है। समय के हैंकड़बाज जिहड़े अधिकारी सन, जिहड़े राजे सन, उन्होंने अहम नूं चोट वजी, उन्होंने सदबुद्धि उन्होंने प्राप्त हुई, तो उन्होंने ये अगे जाके एक कदम चुके हैं। और सारे का सारा जो कुछ होया ये तुहाडे सिदक दिली दे नाल, जो सबर रखिया, जो सिदक रखिया, उस सिदक ने सानू इत्थे लैके आए न। अज आपां वो तिहाड़ा मना रहे हैं। भाई गुरदास जी की मैं शब्द जो बाणी शुरू की, जो बार दे विच कह रहे हैं, मुर्दा होए मुरीद न गल्ली हो बना। गल्लां दे नाल कुछ नहीं हुंदा भलिओ, कुछ करना पैंदा, अपना आप वारना पैंदा। जे कौमी काम करने होण ते अपने निज दे हित छड्डने पैंदे ने। जे दुनिया का भला करना हो, किते सेवा करना हो, तो फिर परवाह नहीं करनी होंदी कि दुनिया के लोग की कह रहे हैं। बड़ा कुछ आखिया किसान जथेबंदियां, बड़ा कुछ लोगों ने, किसी ने राजनीतिक पार्टी के हथ गंडे कहा, किसी ने यह गल भी आखी कि विदेशी इन्हों बहुत बड़ा सरमाए आ रहे हैं, किसी ने कुछ आखिया, किसी ने कुछ आखिया। पर जिहड़े लोग अपने इस मकसद वास्ते तुरे सन, जिहड़े आने वाली नस्लों को बचाना चाहते सन, उन्होंने अपने फर्ज नूं निभाया। अपना फर्ज निभांदियां होया उन्होंने इस गल अपने आप नूं उस रब परमात्मा परमेश्वर के हवाले करके ते अंदर इस सिदक दिली पैदा की, जो भाई गुरदास जी कहते सावर सिदक शहीद, सबर सिदक शहीद दे गुण बन गए।
ਭਰਮ ਕੋ ਖੋਬਨਾ, ਇਹ ਉਹਦੇ ਜੀਵਨ ਦੇ ਵਿੱਚ ਨਹੀਂ ਸੀ, ਕਿਉਂਕਿ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪ੍ਰਬੰਨ। ਇਹ ਹੱਕ ਹੁੰਦਾ ਸੂਰਮੇ ਦਾ ਕਿ ਉਸ ਦੀ ਜਿਹੜੀ ਮੌਤ ਹੈ ਉਹ ਰਨ ਦੇ ਰਨ ਵਿੱਚ ਉਹਦੀ ਜਿਹੜੀ ਮੌਤ ਹੋਵੇ। ਮੈਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਨਾ ਕੁਝ ਸਤਰਾਂ ਪੜ੍ਹ ਰਹੇ ਅਸੀਂ ਕਰਤਾਰ ਸਿੰਘ ਬਲਗਨ ਦੀਆਂ, ਬੜੀਆਂ ਕੀਮਤੀ ਸਤਰਾਂ ਉਹਨਾਂ ਨੇ ਸਾਂਝੀਆਂ ਕੀਤੀਆਂ। ਉਹ ਕਹਿੰਦੇ ਨੇ ਕਿ ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ ਜਿਹਦੇ ਵੀਰ ਕਿਧਰੇ ਘਾਲ ਨਾ ਘਾਲਦੇ ਨੇ। ਇਹ ਉਹਨਾਂ ਬਜ਼ੁਰਗਾਂ ਦੀਆਂ, ਉਹਨਾਂ ਵੀਰਾਂ ਦੀਆਂ, ਉਹਨਾਂ ਯੋਧਿਆਂ ਦੀਆਂ ਘਾਲਣਾ ਸਨ ਜੋ ਅੱਜ ਸਰਕਾਰ ਨੂੰ ਉਹ ਕਾਲੇ ਕਾਨੂੰਨ ਵਾਪਸ ਲੈਣੇ ਪਏ। ਕਹਿੰਦੇ ਉਹ ਕੌਮਾਂ ਜਿਹੜੀਆਂ ਨਾ ਉਹ ਅਮਰ ਰਹਿੰਦੀਆਂ ਇਸ ਸੰਸਾਰ ਦੇ ਵਿੱਚ, ਉਹ ਕਦੇ ਮੁੱਕਦੀਆਂ ਨਹੀਂ ਕੌਮਾਂ, ਜਿਨ੍ਹਾਂ ਦੇ ਅੰਦਰ ਇਹ ਜਿਹੜੇ ਜਜ਼ਬੇ ਭਰੇ ਜਾਂਦੇ ਨੇ, ਜਿਨ੍ਹਾਂ ਦੇ ਅੰਦਰ ਆਪਣੇ ਮੁਲਕ ਦੇ ਪ੍ਰਤੀ ਪਿਆਰ ਭਰਿਆ ਜਾਂਦਾ। ਤੇ ਜਿਸ ਵੇਲੇ ਪੰਜਾਬ ਦੀ ਗੱਲ ਕੀਤੀ ਨਾ ਤੇ ਬੜੇ ਖੂਬਸੂਰਤ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ, ਕਿਉਂਕਿ ਪੰਜਾਬ ਜਿਹੜਾ ਨਾ ਖਾਲੀ ਅਸੀਂ ਜਿਹੜਾ ਅੱਜ ਦਾ ਪੰਜਾਬ ਦਾ ਨਕਸ਼ਾ ਵੇਖਦੇ ਹਾਂ, ਇਹ ਪੰਜਾਬ ਨਹੀਂ ਹੈ। ਪੰਜਾਬ ਇੱਕ ਬਹੁਤ ਵੱਡਾ ਰਾਜ ਸੀ, ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਜਿਹਨੂੰ ਅਸੀਂ 5 ਦਰਿਆਵਾਂ ਦੀ ਧਰਤੀ ਕਹਿੰਦੇ ਆ ਨਾ, 2 ਦਰਿਆ ਸਾਡੇ ਜੰਮੂ ਦੇ ਉਹਦੇ ਵਿੱਚ ਆਉਂਦੇ ਨੇ। ਜੇਹਲਮ ਤੇ ਚਨਾਬ ਦਰਿਆ ਤੋਂ ਇਹ ਗੱਲ ਸ਼ੁਰੂ ਹੁੰਦੀ ਹੈ, ਭਾਵੇਂ ਰਾਵੀ ਹੋਵੇ, ਭਾਵੇਂ ਸਤਲੁਜ ਹੋਵੇ, ਇਹ 5 ਭਾਵੇਂ ਵਿਆਸ ਹੋਵੇ, ਇਹ 5 ਦਰਿਆ ਮਿਲਾ ਕੇ ਇੱਕ ਪੰਜਾਬ ਬਣਦਾ ਹੈ। ਅਸੀਂ ਵੀ ਉਹਦੇ ਹੀ ਨਿਵਾਸੀ ਹਾਂ। ਤੇ ਕਰਤਾਰ ਸਿੰਘ ਬਲਗਨ ਨੇ ਬੜੀਆਂ ਪਿਆਰੀਆਂ ਸਤਰਾਂ ਲਿਖੀਆਂ। ਉਹ ਕਹਿਣ ਲੱਗੇ, ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪਈ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ। ਇਹ ਜਿਹੜੇ ਪੰਜਾਬ ਦੇ ਲੋਕ ਸਨ ਨਾ, ਕਿਉਂਕਿ ਪੰਜਾਬ ਗੁਰੂ ਪੀਰਾਂ ਦੀ ਧਰਤੀ ਸੀ, ਗੁਰੂਆਂ ਦੀ ਧਰਤੀ ਸੀ। ਇੱਥੇ ਇਸ ਧਰਤੀ ਨੂੰ ਛੋਹ ਪ੍ਰਾਪਤ ਸੀ ਗੁਰੂਆਂ ਦੀ। ਕਹਿੰਦੇ ਜਦੋਂ ਵੀ ਦੇਸ਼ ਨੂੰ ਲੋੜ ਪਈ ਖੂਨ ਦੀ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ। ਪੰਜਾਬੀਆਂ ਨੇ ਬੜੇ ਹੱਸ ਕੇ ਹਾਮੀ ਭਰੀ ਹੈ। ਜਦ ਵੀ ਜ਼ੁਲਮ ਦੀ ਨਦੀ ਵਿੱਚ ਕਾਂਗ ਆਈ, ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ। ਜ਼ੁਲਮ ਦੀ ਜਦੋਂ ਨਹਿਰ ਵਗੀ ਨਾ ਬੜੇ ਵੱਡੇ ਪੱਧਰ ਦੇ ਉੱਤੇ, ਤੇ ਸਭ ਤੋਂ ਪਹਿਲੀਆਂ ਛਾਲਾਂ ਜਿਹੜੀਆਂ ਇਸ ਪੰਜਾਬ ਦੇ ਲੋਕਾਂ ਦੀਆਂ ਸਨ, ਇਹਨਾਂ ਵਸਨੀਕਾਂ ਦੀਆਂ ਸਨ। ਰਚਿਆ ਕਿਸੇ ਸਵੰਬਰ ਜਾਂ ਵਿਧ ਮਾਤਾ, ਇਹ ਕਰਤਾਰ ਸਿੰਘ ਬਲਗਨ ਲਿਖਦੇ ਨੇ। ਕਹਿੰਦੇ ਜਦੋਂ ਇਹ ਸਵੰਬਰ ਕਿਸੇ ਨੇ ਰਚਿਆ ਨਾ, ਤੇ ਲਾੜੀ ਮੌਤ ਦੀ ਵਰੀ ਪੰਜਾਬੀਆਂ ਨੇ। ਪਤਾ ਸੀ ਇਹ ਮੌਤ ਹੈ ਅੱਗੇ, ਉੱਥੇ ਛਾਲਾਂ ਮਾਰ ਮਾਰ ਕੇ ਪੰਜਾਬੀ ਜਾਂਦੇ ਨੇ। ਕਹਿੰਦੇ ਚੌਹਾਂ ਪਾਸਿਆਂ ਤੋਂ ਕਿਤੋਂ ਆਈ ਗੋਲੀ, ਭਾਵੇਂ ਜਿੱਥੋਂ ਮਰਜ਼ੀ ਗੋਲੀ ਚੱਲੀ ਹੋਏ, ਪਹਿਲਾ ਹਿੱਕ ਤੇ ਜਰੀ ਪੰਜਾਬੀਆਂ ਨੇ। ਇਹ ਜਿਹੜੇ ਪੰਜਾਬ ਲੇਖ ਦੇ ਦੇਸ਼ ਦੇ ਲੋਕ ਸਨ ਨਾ, ਇਹਨਾਂ ਆਪਣੀਆਂ ਹਿੱਕਾਂ ਢਾਹ ਦਿੱਤੀਆਂ। ਉਹਦੇ ਉੱਤੇ ਉਹਨਾਂ ਨੇ ਜਰਨੀਆਂ ਸ਼ੁਰੂ ਕੀਤੀਆਂ। 5 ਨਦੀਆਂ ਦੀ ਹੈ ਧਰਤ ਜੱਗ ਉੱਤੇ, ਕਹਿੰਦੇ ਇਹ 5 ਨਦੀਆਂ ਦੀ ਧਰਤੀ ਹੈ ਜਗਤ ਦੇ ਉੱਪਰ, ਜਿਹੜੀ ਮੌਤ ਦੀ ਹਿੱਕ ਤੇ ਵਸਦੀ ਹੈ, ਜਿਹੜੀ ਮੌਤ ਦੀ ਹਿੱਕ ਦੇ ਉੱਤੇ ਵਸਦੀ ਹੈ। ਇੱਕੋ ਮਾਂ ਪੰਜਾਬਨ ਇਹ ਅਣਖ ਬਦਲੇ, ਇੱਕ ਮਾਂ ਪੰਜਾਬਨ ਦੀ ਅਣਖ ਬਦਲੇ, ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ। ਇੱਥੇ ਤੇ ਭਲਿਓ 750 ਸ਼ਹਾਦਤਾਂ ਹੋ ਗਈਆਂ, ਫਿਰ ਜਾ ਕੇ ਕਿਤੇ ਇਹ 3 ਕਾਨੂੰਨ ਕਾਲੇ ਵਾਪਸ ਮੁੜੇ ਨੇ। ਬੜੀ ਹੈਰਾਨਗੀ ਦੀ ਗੱਲ ਹੈ ਕਿ ਬੰਦੇ ਦੀ ਅੱਜ ਕੀਮਤ ਉਹਨਾਂ ਲੋਕਾਂ ਦੀ ਨਿਗਾਹ ਵਿੱਚ ਕਿਉਂ ਨਹੀਂ ਹੈ। ਤੁਸੀਂ ਯੂਰਪ ਦੇ ਵਿੱਚ ਕਦੇ ਇਹਨਾਂ ਦਾ ਜਿਹੜੇ ਈਸਾਈ ਮਤ ਦੇ ਲੋਕ ਨੇ ਦਾ ਇਤਿਹਾਸ ਪੜ੍ਹਿਓ, ਇੱਕ ਸ਼ਹੀਦ ਉਹਨਾਂ ਦੇ ਕੋਲ ਹੈ ਸਾਰਾ, ਯਿਸੂ ਮਸੀਹ। ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਇਹ ਪ੍ਰਕਾਸ਼ ਉਹਦਾ ਫੈਲਾ ਦਿੱਤਾ। ਅੱਜ ਵੀ ਜਿੱਥੇ ਦੇਖੋ ਕਿਤਨਾ ਵੱਡਾ ਡਾਕਾ ਅੱਜ ਪੈ ਰਿਹਾ ਪੰਜਾਬ ਦੇ ਵਿੱਚ, ਕਿਤਨਾ ਵੱਡਾ ਡਾਕਾ ਪੈ ਰਿਹਾ। ਅਸੀਂ ਆਪਣੇ ਹੱਕਾਂ ਦੇ ਲਈ ਲੜ ਰਹੇ ਹਾਂ, ਅਸੀਂ ਮਨੁੱਖਤਾ ਦੇ ਲਈ ਲੜ ਰਹੇ ਹਾਂ, ਅਸੀਂ ਲੜ ਰਹੇ ਹਾਂ ਅੱਜ ਕਿ ਕਿਤੇ ਆਮ ਜੋ ਸਾਡੇ ਭਾਰਤ ਵਰਸ਼ ਦੇ ਜੋ ਲੋਕ ਹਨ ਉਹ ਗੁਲਾਮ ਨਾ ਕਿਤੇ ਹੋ ਜਾਣ। ਤੇ ਉਹ ਲੋਕ ਕੀ ਕਰ ਰਹੇ ਨੇ? ਇੱਕ ਪਾਸੇ ਅਸੀਂ ਇੱਧਰ ਨੂੰ ਤੁਰੇ ਹਾਂ ਕਿ ਅਸੀਂ ਆਪਣੇ ਹੱਕ ਬਚਾ ਲਈਏ, ਉਹ ਪਿੱਛੋਂ ਧਰਮ ਪਰਿਵਰਤਨ ਕਰਨ ਵਿੱਚ ਲੱਗੇ ਹੋਏ ਨੇ। ਉਹਨਾਂ ਆਪਣੇ ਪਾਦਰੀ ਪੰਜਾਬ ਦੇ ਵਿੱਚ ਭੇਜੇ ਹੋਏ ਨੇ। ਤੁਸੀਂ ਦੇਖੋ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਲੋਕ ਧਰਮ ਪਰਿਵਰਤਨ ਰੋਜ਼ ਕੀਤੇ ਜਾ ਰਹੇ ਨੇ। ਉਹ ਆਪਣੇ ਕੰਮ ਵਿੱਚ ਲੱਗੇ ਹੋਏ ਨੇ, ਅਸੀਂ ਆਪਣੇ ਕੰਮ ਵਿੱਚ ਲੱਗੇ, ਅਸੀਂ ਮਨੁੱਖਤਾ ਦੇ ਭਲੇ ਵਿੱਚ ਲੱਗੇ ਹਾਂ, ਉਹ ਆਪਣੇ ਧਰਮ ਦਾ ਵਿਸਥਾਰ ਕਰ ਰਹੇ ਨੇ। ਹੁਣ ਜਦੋਂ ਦੋਵਾਂ ਚੀਜ਼ਾਂ ਦੀ ਤੁਲਨਾ ਕੀਤੀ ਜਾਵੇਗੀ ਨਾ ਇਤਿਹਾਸ ਦੇ ਪੰਨਿਆਂ ਵਿੱਚ, ਤਾਂ ਕਰਕੇ ਇਹ ਜਿਹੜੇ ਪੰਜਾਬੀ ਹਨ, ਇਹ ਜਿਹੜੇ ਪੰਜਾਬ ਦੇ ਲੋਕ ਹਨ, ਇਹਨਾਂ ਦਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਹਮੇਸ਼ਾ ਹੀ ਅਲੱਗ ਜ਼ਿਕਰ ਕੀਤਾ ਜਾਂਦਾ ਹੈ। ਇਹ ਪੰਜਾਬ ਹੈ ਦੇਸ਼ ਪਰਵਾਨਿਆਂ ਦਾ, ਇਸ ਨੂੰ ਪਰਵਾਨਿਆਂ ਦਾ ਦੇਸ਼ ਮੰਨਿਆ ਜਾਂਦਾ। ਸੂਰਮਤਾਈ ਨੂੰ ਜਿਹਦੇ ਉੱਤੇ ਮਾਣ ਹੋਇਆ, ਕਹਿੰਦੇ ਜਿਹੜੀ ਸੂਰਮਤਾਈ ਹੁੰਦੀ ਹੈ ਨਾ, ਉਹਨੂੰ ਵੀ ਇਹਦੇ ਉੱਤੇ ਮਾਣ ਹੈ ਪੰਜਾਬੀਆਂ ਦੇ ਉੱਪਰ। ਹੱਦਾਂ ਉੱਤੇ ਪੰਜਾਬ ਦੀ ਰੱਤ ਡੁੱਲੀ,
ਸੁਰਖਰੂ ਸਾਰਾ ਹਿੰਦੁਸਤਾਨ ਹੋਇਆ। ਪੰਜਾਬ ਦੀ ਜਿਹੜੀ ਰੱਤ ਹੈ ਨਾ, ਇਹ ਸਾਰੀ ਦੀ ਸਾਰੀ ਹੀ ਇਹ ਜਿਹੜਾ ਸਾਡਾ ਮੁਲਕ ਹੈ ਇਹਦੀ ਹੱਦਾਂ ਦੇ ਉੱਤੇ ਡੁੱਲੀ ਹੋਈ ਹੈ, ਤਾਂ ਜਾ ਕੇ ਅਸੀਂ ਸੁਰਖਰੂ ਹੋਏ ਹਾਂ। ਸੋ ਅੱਜ ਸਭ ਤੋਂ ਪਹਿਲਾਂ ਮੈਂ ਇਸ ਨਗਰ ਨੂੰ, ਇੱਥੋਂ ਦੇ ਪ੍ਰਬੰਧਕ ਜਨਾਂ ਨੂੰ, ਸੰਗਤਾਂ ਨੂੰ ਇਹ ਮੁਬਾਰਕ ਦੇ ਪਾਤਰ ਹਨ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਜੇ ਅੱਜ ਕਿਸਾਨ ਸਾਡੇ ਜਿਹੜੇ ਬਜ਼ੁਰਗ ਵੀਰ ਉੱਥੇ ਪਿਛਲੇ 1 ਸਾਲ ਤੋਂ ਲਗਾਤਾਰ ਜੱਦੋ ਜਹਿਦ ਕਰ ਰਹੇ ਸਨ ਤੇ ਅੱਜ ਵਾਪਸੀ ਘਰ ਪਰਤ ਰਹੇ ਨੇ, ਤੇ ਉਸ ਦੇ ਸ਼ੁਕਰਾਨੇ ਵਜੋਂ ਆਪਾਂ ਨਗਰ ਦੇ ਵਿੱਚ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਅਰਦਾਸ ਅਤੇ ਸ਼ੁਕਰਾਨਾ ਕਰ ਰਹੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜਿਹੜਾ ਕੰਮ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਸ਼ੁਰੂ ਕੀਤਾ ਸੀ, ਅੱਜ ਉਹ ਕੰਮ ਫਤਿਹ ਕਰਕੇ ਆਪਾਂ ਵਾਪਸ ਆਏ ਹਾਂ। ਇਸ ਦਿੱਲੀ ਨੂੰ ਪਹਿਲਾਂ ਵੀ ਸਿੰਘਾਂ ਨੇ ਕਈ ਵਾਰ ਫਤਿਹ ਕੀਤਾ, ਇਸ ਵਾਰ ਫਿਰ ਇਹ ਫਤਿਹ ਕੀਤੀ ਹੈ ਦਿੱਲੀ। ਔਰ ਇਸ ਫਤਿਹ ਦਿਵਸ ਦੀ ਅੱਜ ਸਾਰੀ ਸਮੁੱਚੀ ਮਾਨਵਤਾ ਨੂੰ, ਸਮੁੱਚੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ। ਇਤਨੀ ਕੁ ਬੇਨਤੀ ਪ੍ਰਵਾਨ ਕਰਨੀ, ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।